हम भीखक भिखारी तेरे, तू निज पत है दाता। हो दयाल नाम देहो मंगत जन को, सदा रहूं रंग राता। हों बलिहारे जाऊं साचे तेरे नाम बिटों, करण कारण सबना का एको, अवर न दूजा कोई। रहाओ बहुते फेर पए कृपन को, अब किछ कृपा कीजै। हो दयाल दर्शन देहो अपना, ऐसी बख्श करी जय। भनत नानक भरम पट खुले, गुर प्रसादी जानिया। साची लिव लागी है पीतर, सतगुर स्यों मन मानिया। भनत नानक भरम पट खुले, गुर प्रसादी जानिया। साची लिव लागी है पीतर, सतगुर स्यों मन मानिया। वाहिगुरु जी का खालसा, वाहिगुरु जी की फतेह। परम सत्कारयोग जुगो जुग अटल गुरगद्दी ते सुभाईमान, सर्व सांझी वालता दे रहबर, नाम के जहाज हल्त पलत दे रक्षक, लोक परलोक दे सहायक। हाजिर नाजर धन 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 साहिब श्री गुरु ग्रंथ साहिब जी महाराज। पातशाह जी दे पावन चरना अंदर सुशोभित होए बैठे गुरु सवारे सतसंगी जनों, आप वड पागे हो। अमृतमयी बाणी दा रस पिना कीर्तन, गुरु के कीर्तनिया सिंघा पासों आप जी बड़े ही प्यार अदब सहित सरवण कर रहे सी। उपरंत रोजाना की तरह चल रही लड़ीवार साहिब श्री गुरु ग्रंथ साहिब जी की बाणी की विचार नाल सांझ पाइए। पावन बचना की विचार नाल सांझ पाउण तो पहला आप सब माई भाई मना नूं गुरचरनां दे विच एकाग्रत करो। सुरतियां नूं गुरु शब्द नाल जोड़ो। कबीर एक कड़ी आदि करी, आदि हूं ते आद भगतन सेती गोष्ठे, जो कीने सोला दे महावाक अनुसार। जितना भी समा गुरु शब्द की विचार नाल सांझ पै सके, यह विचार साडे जीवन नूं लाभ पहुंचा सके। साहिब जी की असीस हासिल करने हेत बड़े ही प्यार अदब सहित रस भरनी आवाज विच उचारण करो जी। सतनाम श्री वाहिगुरु जी। सतगुरु साहिब श्री गुरु अमरदास साहिब जी महाराज, पातशाह जी वाहिगुरु जी तीसरे गुरुदेव जी के पावन मुखारबिंद तो उचारण अज के इलाही अमृतमय बचन धनासरी राग अंदर सतगुरु गुरु ग्रंथ साहिब पातशाह जी के पावन अंग 666 उपर सुशोभित हैं। शब्द के आरंभ के अंदर सिरलेख है राग धनासरी महला तीजा।
ਇੱਥੇ ਆਮ ਤੌਰ ਤੇ ਧਨਾਸਰੀ ਸ਼ਬਦ ਤੱਦਾ ਨੰਨੇ ਨੂੰ ਕੰਨਾ, ਸੱਸਾ ਤੇ ਰਾਰੇ ਨੂੰ ਬਿਆਰੀ ਹੁੰਦਾ ਹੈ, ਪਰ ਇੱਥੇ ਸੱਸੇ ਨੂੰ ਸਿਹਾਰੀ ਵੀ ਨਾਲ ਹੈ। ਧਨਾਸਰੀ ਇਹ ਰਾਗ ਦਾ ਨਾਮ ਹੈ, ਔਰ ਕੀਰਤਨੀਏ ਨੂੰ ਇਸ ਸ਼ਬਦ ਨੂੰ ਧਨਾਸਰੀ ਰਾਗ ਵਿੱਚ ਗਾਉਣ ਦੀ ਹਦਾਇਤ ਹੈ। ਮਹਿਲਾ ਤੀਜਾ ਭਾਵ ਤੀਸਰੇ ਸਰੀਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਘਰ ਚੌਥਾ। ਘਰ ਦੇ ਅਰਥ ਵੱਖੋ ਵੱਖ ਵਿਦਵਾਨਾਂ ਨੇ ਵੱਖੋ ਵੱਖ ਮੰਨੇ ਨੇ, ਜਿਹਦੀ ਬਹੁਤ ਖੋਜ ਦੀ ਲੋੜ ਹੈ। ਅਜੇ ਸਿੱਖ ਧਰਮ 500 ਸਾਲ, ਸਵਾ 500 ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ, ਇੰਨਾ ਨਵੀਨ ਧਰਮ ਹੈ, ਪਰ ਅਸੀਂ ਆਪਣੇ ਹੀ ਧਰਮ ਦੇ ਕੀਮਤੀ ਸਿਧਾਂਤਾਂ ਨੂੰ ਤੇ ਕੀਮਤੀ ਬਚਨਾਂ ਨੂੰ ਭੁੱਲ ਗਏ, ਜਿਹਦੇ ਵਿੱਚ ਇੱਕ ਘਰ ਲਫ਼ਜ਼ ਵੀ ਹੈ। ਘਰ ਐਸਾ ਲਫ਼ਜ਼ ਹੈ ਜਿਹੜਾ ਸਾਡੀ ਪੰਜਾਬੀ ਦੀ ਬੋਲ ਚਾਲ ਦੇ ਵਿੱਚ ਤਕਰੀਬਨ 13-14 ਅਰਥਾਂ ਵਿੱਚ ਆਉਂਦਾ ਹੈ, ਤੇ ਘਰ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਗਭਗ 9 ਅਰਥਾਂ ਵਿੱਚ ਆਉਂਦਾ ਹੈ। ਜਦੋਂ ਅਸੀਂ ਗੁਰਬਾਣੀ ਦੇ ਬਚਨ ਪੜ੍ਹਦੇ ਹਾਂ, ਘਰ ਮੈਂ ਸੂਖ ਬਾਹਰ ਫੁਨ ਸੂਖਾ, ਉੱਥੇ ਘਰ ਦਾ ਅਰਥ ਹੈ ਰਹਿਣ ਵਾਲੇ ਮਕਾਨ। ਜਦੋਂ ਅਸੀਂ ਗੁਰਬਾਣੀ ਵਿੱਚ ਬਚਨ ਪੜ੍ਹਦੇ ਹਾਂ, ਘਰ ਮੈਂ ਹੈ ਪੰਚ ਵਰਤਦੇ, ਉੱਥੇ ਘਰ ਦਾ ਅਰਥ ਹੈ ਸਰੀਰ। ਸਰੀਰ ਘਰ ਵਿੱਚ 5 ਵਿਕਾਰ ਵਰਤਦੇ ਨੇ। ਫਿਰ ਅਸੀਂ ਪੜ੍ਹਦੇ ਹਾਂ ਘਰ ਮੈਂ ਹੈ ਘਰ ਦਿਖਾਏ ਦੇ, ਉੱਥੇ ਘਰ ਦਾ ਅਰਥ ਹੈ ਹਿਰਦਾ। ਸਰੀਰ ਘਰ ਵਿੱਚ ਹਿਰਦਾ ਘਰ। ਅਸੀਂ ਗੁਰਬਾਣੀ ਵਿੱਚ ਲਫ਼ਜ਼ ਪੜ੍ਹਦੇ ਹਾਂ ਸੋ ਘਰ ਗੁਰ ਨਾਨਕ ਕਉ ਦੀਆ। ਗੁਰੂ ਨੇ ਨਾਨਕ ਨੂੰ ਉਹ ਘਰ ਮੈਨੇ, ਉਹ ਆਤਮਿਕ ਟਿਕਾਣਾ, ਉਹ ਰੁਤਬਾ, ਉਹ ਮਰਤਬਾ ਦੇ ਦਿੱਤਾ। ਉੱਥੇ ਘਰ ਦਾ ਅਰਥ ਹੈ ਰੁਤਬਾ, ਪਦਵੀ। ਅਸੀਂ ਬਚਨ ਪੜ੍ਹਦੇ ਹਾਂ 72 ਘਰ ਇੱਕ ਪੁਰਖ ਸਮਾਇਆ, ਉਨ ਦੀਆਂ ਨਾਮ ਲਿਖਾਈ। ਉੱਥੇ 72 ਘਰ ਦਾ ਅਰਥ ਹੈ 72 ਨਾੜੀਆਂ, 72,000 ਸਰੀਰ ਦੇ ਅੰਗ। ਜਦੋਂ ਅਸੀਂ ਗੁਰਬਾਣੀ ਚ ਬਚਨ ਪੜ੍ਹਦੇ ਹਾਂ ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ, ਉੱਥੇ ਘਰ ਕਾ ਮਾਸ ਘਰ ਦਾ ਅਰਥ ਹੈ ਘਰ ਵਾਲੀ ਪਤਨੀ। ਅਸੀਂ ਗੁਰਬਾਣੀ ਵਿੱਚ ਬਚਨ ਪੜ੍ਹਦੇ ਹਾਂ ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ, ਉੱਥੇ ਘਰ ਦਾ ਅਰਥ ਹੈ ਡਰ, ਸਹਿਮ। ਬ੍ਰਹਮਾ ਵੀ ਮੌਤ ਦੇ ਡਰ ਵਿੱਚ ਆ ਗਿਆ, ਜਿਹੜਾ ਜਗਤ ਨੂੰ ਉਤਪਤੀ ਦੇਣ ਵਾਲਾ, ਜਨਮ ਦੇਣ ਵਾਲਾ ਮੰਨਿਆ ਗਿਆ, ਮੌਤ ਦੇ ਡਰ ਵਿੱਚ ਉਹ ਵੀ ਹੈ। ਅਸੀਂ ਬਚਨ ਪੜ੍ਹਦੇ ਹਾਂ 6 ਘਰ 6 ਗੁਰ 6 ਉਪਦੇਸ਼, ਉੱਥੇ 6 ਘਰ ਦਾ ਅਰਥ ਹੈ 6 ਸ਼ਾਸਤਰ। 6 ਗੁਰ ਮੈਨੇ ਉਹਨਾਂ 6 ਸ਼ਾਸਤਰਾਂ ਦੇ 6 ਲਿਖਾਰੀ ਨੇ, 6 ਉਪਦੇਸ਼ ਮੈਨੇ ਉਹਨਾਂ ਦੇ ਵੱਖੋ ਵੱਖਰੇ 6 ਸਿਧਾਂਤ ਨੇ। 6 ਸ਼ਾਸਤਰ ਨੇ, 6 ਲਿਖਾਰੀ, 6 ਸਿਧਾਂਤ ਜਿਹੜੇ ਇੱਕ ਦੂਸਰੇ ਨੂੰ ਕੱਟਦੇ ਵੀ ਨੇ। ਇਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਿਹਦੇ ਵਿੱਚ ਇੰਨੇ ਮਹਾਂਪੁਰਖਾਂ ਦਾ ਖਜ਼ਾਨਾ, ਤੇ ਕੋਈ ਵੀ ਮਹਾਂਪੁਰਖ ਦੂਜੇ ਨੂੰ ਕੱਟਦਾ ਨਹੀਂ ਹੈ। ਇੱਥੇ ਤੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕੋ ਹੀ ਸਿਧਾਂਤ ਹੈ। ਤੇ 6 ਘਰ ਦਾ ਅਰਥ ਹੈ 6 ਸ਼ਾਸਤਰ। ਘਰ ਲਫ਼ਜ਼ ਰਾਗ ਦੇ ਨਾਲ ਵੀ ਆਉਂਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਇਹਨੂੰ ਸਰਗਮ ਪ੍ਰਸਤਾਰ ਦਾ ਰੂਪ ਮੰਨਿਆ, ਜਿਵੇਂ 7 ਸੁਰਾਂ ਸਾ ਰੇ ਗਾ ਮਾ ਪਾ ਧਾ ਨੀ, ਤੇ ਕੁਝ ਵਿਦਵਾਨਾਂ ਨੇ ਇਹਨੂੰ ਤਾਲ ਦਾ ਸੂਚਕ ਮੰਨਿਆ, ਕਿ ਜਿਵੇਂ ਕੀਰਤਨੀ ਨੂੰ ਹਦਾਇਤ ਹੈ ਕਿ ਇਹ ਸ਼ਬਦ ਤੂੰ ਇਸ ਰਾਗ ਵਿੱਚ ਗਾਉਣਾ ਹੈ, ਤੇ ਤਬਲੇ ਵਾਲਾ ਵੀ ਆਪ ਮੁਹਾਰਾ ਤਬਲਾ ਨਾ ਵਜਾਈ ਜਾਏ, ਉਹਨੂੰ ਵੀ ਹਦਾਇਤ ਕਰ ਦਿੱਤੀ ਤੂੰ ਤਾਲ ਇਹ ਵਜਾਉਣਾ ਹੈ। ਪ੍ਰਿੰਸੀਪਲ ਦਿਆਲ ਸਿੰਘ ਜੀ ਸਿੱਖ ਪੰਥ ਦੇ ਬੜੇ ਸੰਗੀਤ ਦੇ ਵਿਦਵਾਨ ਨੇ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸੰਗੀਤ ਉੱਪਰ। ਉਹਨਾਂ ਦੀ ਇੱਕ ਕਿਤਾਬ ਹੈ ਗੁਰਮਤਿ ਸੰਗੀਤ ਸਾਗਰ। ਉਸ ਕਿਤਾਬ ਦਾ ਜਿਹੜਾ ਚੌਥਾ ਭਾਗ ਹੈ, ਉਹਦੇ ਵਿੱਚ ਉਹਨਾਂ ਘਰ ਸ਼ਬਦ ਦੀ ਵਿਆਖਿਆ ਕੀਤੀ। ਵੈਸੇ ਤੇ ਬੜੀ ਲੰਮੀ ਚੌੜੀ ਵਿਆਖਿਆ ਹੈ, ਮੈਂ ਸੰਖੇਪ ਚ 2-4 ਲਾਈਨਾਂ ਚ ਦੱਸ ਦਿੰਦਾ।
ਉਹਨਾਂ ਨੇ ਘਰ ਦਾ ਅਰਥ ਕੀਤਾ ਤਾਲੀ ਜਾਂ ਕਹਿ ਲਓ ਤਾਲ। ਤੇ ਤਾਲ ਜਿਹੜਾ ਹੈ ਉਹ ਤਾਲੀ ਤੋਂ ਬਣਦਾ ਹੈ। ਜਿਹੜੇ ਵੀਰ ਤਬਲਾ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਤਬਲੇ ਦੇ ਬੋਲਾਂ ਦੇ ਵਿੱਚ ਘਰ ਹੁੰਦੇ ਨੇ, ਜਿਹਦੇ ਵਿੱਚ ਕੁਝ ਮਾਤਰਾ ਹੁੰਦੀਆਂ ਨੇ, ਕੁਝ ਘਰ ਖਾਲੀ ਹੁੰਦੇ ਨੇ। ਉਹਨਾਂ ਘਰ ਲਫ਼ਜ਼ ਦਾ ਅਰਥ ਤਾਲ ਕੀਤਾ, ਤਾਲੀ ਤੋਂ, ਕਿਉਂਕਿ ਤਾਲੀ ਤੋਂ ਤਾਲ ਬਣਦਾ ਹੈ। ਗੁਰਬਾਣੀ 'ਚ ਵੀ ਬਚਨ ਪੜ੍ਹਦੇ ਹਾਂ ਅਸੀਂ ਕਿ ਹਰਨਾਖਸ਼ ਪੁੱਛਦਾ ਹੈ ਸੰਡੇ ਮਰਕੇ ਨੂੰ ਕਿ ਪ੍ਰਹਲਾਦ ਨੇ ਰਾਮ ਕਹਿਣਾ ਛੱਡਿਆ, ਕੋਈ ਤਰੱਕੀ ਹੋਈ? ਤੇ ਸੰਡਾ ਅਮਰਕਾ ਆਖਦੇ ਨੇ ਨਹੀਂ ਹਰਨਾਖਸ਼, ਉਹਨੇ ਤੇ ਰਾਮ ਕਹਿਣਾ ਕੀ ਛੱਡਣਾ ਸੀ, ਉਹ ਤੇ ਤਾਲੀ ਮਾਰ ਕੇ ਬਾਕੀ ਬੱਚਿਆਂ ਨੂੰ ਵੀ ਰਾਮ ਜਪਾਣ ਲੱਗ ਗਿਆ। ਸੰਡਾ ਅਮਰਕਾ ਜਾਏ ਪੁਕਾਰੇ, ਪੜੇ ਨਾਹੀ ਹਮ ਹੀ ਪਚਹਾਰੇ, ਰਾਮ ਕਹਿ ਕਰ ਤਾਲ ਬਜਾਵੇ, ਚਟਿਆ ਸਭੇ ਬਿਗਾਰੇ। ਤਾਲੀ ਤੋਂ ਤਾਲ ਬਣਦਾ ਹੈ। ਉਹਨਾਂ ਨੇ ਫਿਰ ਜ਼ਿਕਰ ਕੀਤਾ ਇਸ ਗੱਲ ਦਾ ਕਿ ਘਰ ਦਾ ਅਰਥ ਹੈ ਤਾਲ, ਤੇ ਤਬਲੇ ਦੀ ਦੁਨੀਆ ਦੇ ਵਿੱਚ 17 ਤਾਲ ਨੇ। ਅੱਗੋਂ ਉਹਨਾਂ ਦੀਆਂ ਸੈਂਕੜੇ ਕਿਸਮਾਂ ਨੇ, ਅੱਗੋਂ ਉਹਨਾਂ ਦੀਆਂ ਅਨੇਕਾਂ ਲੱਗੀਆਂ ਨੇ, ਅਨੇਕਾਂ ਪਲਟੇ ਨੇ, ਅਨੇਕਾਂ ਧਿਆਈਆਂ ਨੇ। ਪ੍ਰਮੁੱਖ ਤਾਲ 17 ਹੀ ਨੇ। ਤੇ ਆਪ ਜੀ ਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ 1 ਤੋਂ ਲੈ ਕੇ 17 ਤੱਕ ਹੀ ਘਰ ਵਰਤੇ ਗਏ। ਇਸ ਕਰਕੇ ਉਹਨਾਂ ਨੇ 17 ਤਾਲਾਂ ਦੇ ਨਾਲ ਜੋੜ ਦਿੱਤਾ ਪ੍ਰਿੰਸੀਪਲ ਦਿਆਲ ਸਿੰਘ ਹੋਰਾਂ ਨੇ। ਉਹ ਆਖਦੇ ਨੇ ਜਿੱਥੇ ਘਰ ਪਹਿਲਾ ਆਇਆ, ਭਾਵ ਤਬਲੇ ਵਾਲੇ ਨੂੰ ਹਦਾਇਤ ਹੈ ਉਹ ਤਾਲ ਵਜਾਈ ਜਿਹਦੇ ਵਿੱਚ ਇੱਕ ਘਰ ਖਾਲੀ ਹੋਵੇ। ਜਿਵੇਂ ਦਾਦਰਾ, ਦਾਦਰੇ ਦੀਆਂ ਮਾਤਰਾ 6 ਨੇ ਪਰ ਇੱਕ ਘਰ ਖਾਲੀ ਉਹਦਾ, ਜਿਹਦੇ ਵਿੱਚ 5 ਦੇ ਬੋਲ ਨੇ, ਇੱਕ ਮਾਤਰਾ, ਇੱਕ ਘਰ ਖਾਲੀ ਹੈ। ਜੇ ਘਰ ਦੂਜਾ ਮੈਨੇ ਉਹ ਤਾਲ ਜਿਹਦੇ ਵਿੱਚ 2 ਘਰ ਖਾਲੀ ਹੋਣ, ਭਾਵ 2 ਤਾਲੀਆਂ ਵੱਜਣ, ਉਹ ਹੈ ਰੂਪਕ। 7 ਮਾਤਰਾ ਨੇ, 2 ਤਾਲੀਆਂ ਨੇ। ਜੇ ਘਰ ਤੀਜਾ ਹੈ ਮੈਨੇ, ਘਰ ਤੀਜੇ ਦਾ ਭਾਵ 3 ਤਾਲ, ਉਹ ਤਾਲ ਜਿਹਦੇ ਚ 3 ਤਾਲੀਆਂ ਹੋਣ, ਤੇ 3 ਤਾਲ ਵਿੱਚ 16 ਮਾਤਰਾ ਨੇ ਪਰ ਉਹਦੇ ਚ 3 ਤਾਲੀਆਂ ਨੇ। ਜਿਵੇਂ ਅੱਜ ਘਰ ਚੌਥਾ ਮੈਨੇ, ਉਹ ਤਾਲ ਜਿਹਦੇ ਚ 4 ਤਾਲੀਆਂ ਹੋਣ, ਉਹ ਹੈ 4 ਤਾਲ। ਇਸੇ ਤਰ੍ਹਾਂ ਪੰਚਮ ਤਾਲ, ਖਟ ਤਾਲ, ਸਪਤਮ ਤਾਲ, ਅਸ਼ਟਮ ਤਾਲ, ਸ਼ਨੀ ਤਾਲ, ਰੁਦਰ ਤਾਲ। ਘਰ 17ਵਾਂ ਦਾ ਭਾਵ ਉਹ ਤਾਲ ਜਿਹਦੇ ਚ 17 ਤਾਲੀਆਂ ਹੋਣ, ਤੇ ਉਹ ਹੈ ਚਰਚਰੀ ਤਾਲ, ਜਿਹਦੇ ਵਿੱਚ 40 ਮਾਤਰਾ ਨੇ ਪਰ 17 ਤੇ ਤਾਲੀਆਂ ਹੀ ਨੇ ਉਹਦੇ ਵਿੱਚ। ਇਸੇ ਤਰ੍ਹਾਂ ਪ੍ਰਿੰਸੀਪਲ ਦਿਆਲ ਸਿੰਘ ਹੋਰਾਂ ਨੇ ਘਰ ਨੂੰ ਤਾਲ ਦੇ ਨਾਲ ਜੋੜਿਆ ਕਿ ਤਬਲੇ ਵਾਲੇ ਨੂੰ ਵੀ ਹਦਾਇਤ ਹੈ ਤੂੰ ਆ ਤਾਲ ਵਜਾਉਣੇ। ਖੈਰ, ਇਸ ਘਰ ਦੇ ਉੱਪਰ ਸਿੱਖ ਵਿਦਵਾਨਾਂ ਨੂੰ ਚਾਹੀਦਾ ਹੋਰ ਖੋਜ ਕਰਨ, ਹੋਰ ਵਿਚਾਰ ਕਰਨ। ਅਜੇ ਤੇ 550 ਸਾਲ, ਲਗਭਗ 536, 37, 40 ਕੁ ਸਾਲ ਹੋਏ ਨੇ ਸਿੱਖ ਧਰਮ ਨੂੰ, ਪਰ ਅਸੀਂ ਇਸ ਘਰ ਲਫ਼ਜ਼ ਦੀ ਅਹਿਮੀਅਤ ਨੂੰ ਭੁੱਲ ਗਏ ਹਾਂ। ਸਮਾਂ ਆਉਂਦਿਆਂ ਆਉਂਦਿਆਂ ਕਿਤੇ 9 ਧੁਨੀਆਂ ਵੀ ਨਾ ਭੁੱਲ ਜਾਈਏ। ਅਨੇਕਾਂ ਐਸੇ ਲਫ਼ਜ਼ ਆਉਂਦੇ ਨੇ, ਸ਼ੁੱਧ ਸ਼ੁੱਧ ਕੀਚੇ, ਇਹਨਾਂ ਚੀਜ਼ਾਂ ਨੂੰ ਨਾ ਭੁੱਲ ਜਾਈਏ। ਅਨੇਕਾਂ ਇਹੋ ਜਿਹੇ ਲਫ਼ਜ਼ ਆਉਂਦੇ ਨੇ। ਸੰਖੇਪ ਵਿੱਚ ਮੰਗਲਾ ਚਰਨ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਇੱਕ ਰਸ ਭਰਪੂਰ ਹੈ, ਉਹ ਸਦਾ ਸੱਚਾ ਹੈ ਤੇ ਗੁਰੂ ਜੀ ਦੀ ਮਹਿਰਾਮਤ ਸਦਕਾ ਪ੍ਰਾਪਤ ਹੁੰਦਾ ਹੈ। ਸਾਡੇ ਪਦ ਛੇਦਾਂ ਨੇ ਵੀ ਬਹੁਤ ਸਾਰੇ ਸ਼ੰਕੇ ਖੜੇ ਕਰ ਦਿੱਤੇ। ਆਮ ਤੌਰ ਤੇ ਪਦ ਛੇਦ ਹੁੰਦਾ ਹੈ ਇੱਕ ਓੰਕਾਰ, ਫਿਰ ਸਪੇਸ ਦੇ ਕੇ ਸਤਿਗੁਰ, ਫਿਰ ਵਿੱਚ ਖਾਲੀ ਥਾਂ ਛੱਡ ਕੇ ਪ੍ਰਸਾਦ। ਸਤ ਤੇ ਗੁਰੂ ਨੂੰ ਇਕੱਠਾ ਜੋੜਿਆ ਹੁੰਦਾ ਹੈ। ਹਾਲਾਂਕਿ ਇਹ ਮੰਗਲਾ ਚਰਨ ਦਾ ਸੰਖੇਪ ਰੂਪ ਹੈ। ਸੰਪੂਰਨ ਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਤੇ ਇਸ ਮੰਗਲਾ ਚਰਨ ਦਾ ਸੰਖੇਪ ਰੂਪ ਆਇਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਭਾਵ ਗੁਰੂ ਦੀ ਕਿਰਪਾ ਨਾਲ ਮਿਲਣਾ ਹੈ। ਕਿਤੇ ਹੋਰ ਸੰਖੇਪ ਰੂਪ ਆ ਗਿਆ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਤੇ 533 ਵਾਰ ਹੋਰ ਸੰਖੇਪ ਆ ਗਿਆ ਇੱਕ ਓੰਕਾਰ ਸਤ ਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਇੱਕ ਰਸ ਭਰਪੂਰ ਹੈ, ਸਦੀਵ ਸੱਚਾ ਹੈ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਗੁਰ ਦਾ ਸੰਬੰਧ ਪ੍ਰਸਾਦ ਨਾਲ ਸੀ ਤੇ ਪਦ ਛੇਦ ਬੀੜਾਂ ਵੇਲੇ ਇਹਨੂੰ ਸਤ ਦੇ ਨਾਲ ਜੋੜ ਦਿੱਤਾ ਗਿਆ, ਜਿਹੜਾ ਅੱਜ ਤੱਕ ਹੁਣ ਪ੍ਰਚਲਿਤ ਹੈ।
अकाल पुरख एक है, एक रस भरपूर है, सदैव सच्चा है, ते गुरु जी की मेहरामत के सदका प्राप्त होता है। शब्द दे राव दे बंदे बचन, हों बलिहारे जाऊं साचे तेरे नाम बिटो, करण कारण सबना का एको, अवर न दूजा कोई रहाओ। हों बलिहारे जाऊं, मैं बलिहार जावां, ते बलिहार जाण दा मतलब हुंदा है अपना बल हार देना। बलिहार मैंने बल हार देना, सरेंडर हो जाना, समर्पित हो जाना, अपने आप को भेंट कर देना। मैं बलिहार जाता हाँ, मैं अपनी ताकत तेरे अगे भेंट करदा, समर्पित हुंदा हाँ। साचे तेरे नाम बिटों, हे प्रभु तेरे सच्चे नाम तो मैं बलिहार जाता हाँ, आपा वारदा हाँ। करण कारण सबना का एको, सारे जगत नूं बनाने वाले हे प्रभु सारियां दा आसरा केवल एक तू है, अवर न दूजा कोई, होर दूजा कोई भी नहीं है, केवल तू ही तो एक आसरा है। जे तू एक आसरा है फिर मैं तेरे अगे एक पुकार करदा। हम भीखक पेखारी तेरे, तू निजपत है दाता, हो दयाल नाम देहो मंगत जन को, सदा रहो रंग राता। हम भीखक भिखारी तेरे, सतगुरु जी ने पहला बंद ये दिता कि सिखा यदि विचार पहला कर लई, फिर रहाओ समझ आएगा, फिर केंद्री भाव समझ आएगा भी साडा आसरा एक क्यों है रब, क्योंकि असी उहदे मंगते हाँ, केवल वही एक दाता है जगत विच। हे प्रभु असी मंगते हाँ, भिखारी हाँ, भीखक मैंने मंगते, हे प्रभु असी मंगते हाँ, भिखारी हाँ तेरे दर दे। हम भीखक भिखारी तेरे, तू निज पत है दाता। निज मैंने अपना, पत मैंने मालक, अपने आप दा मालक तू आप है, तेरे ऊपर कोई हुक्म नहीं चला सकता, और तू दाता है, सारियां नूं ही दाता दिंदा है, हर एक नूं तू दाता देण वाला है। हे प्रभु जिन्ने जगत दे जीव असी ते मंगते हाँ, दाता ते केवल तू दिंदा है। इस जगत विच अनेकां लोग दाते बनना चाहते हैं और बनने की कोशिश करते हैं, पर वो दाते बन नहीं पाते, क्योंकि दाता तो एक ही है, एक तो बिना दूसरा दाता कोई नहीं। दुनिया के जो लोग दाता बनने की कोशिश करते हैं, फिर उन्होंने शर्तां रखनियां पै जांदियां ने। जो कोई मनुख दाता बनता है तो दान करन तो पहला उसकी शर्त हुंदी है कि जो कुछ मेरे को है मैं उही दे सकदा, उहदे तो ज्यादा नहीं। इस करके दाता दान करन तो पहला जेब जरूर देख ले, जिहदी जेब दे विच हजारां होण वह हजारां दान कर सकदा है, लखां नहीं कर सकदा। उहदी जेब दी सीमा है, लखां दा मालक लखां ते दान कर सकदा है, करोड़ां नहीं कर सकदा, क्योंकि उहदी जेब दी सीमा है। पर रब इहो जिहा दाता है, उहदी जेब दी सीमा नहीं। वो दान देन लग्गिया उन्होंने अपनी जेब नहीं देखनी पैंदी, तेरा दाने कीमत ना पवे, तिस दाते कौन शुमार, तेरे ते दिते दान दी कीमत नहीं पै सकती, दान दा ही अंत नहीं पै सकदा। हे दातिया तेरा अंत ते की पाना। धरती विच इक्को वारी इन्ना अनाज इन्ने पदार्थ कर दिते कि अरबां सालां तो लोग धरती चो अनाज कट कट के पशु पंछी इत्यादि सारे खा ही रहे ने, अज भी खा रहे ने, अरबां साल होर खांदे रहणगे। पर कदी होया कि धरती चो अनाज मुक गया ते रब दोबारा भर ना जाए? नहीं, उन्हें इक्को वारी एडा पदार्थ एडा अनाज भर दिता, मुड़ दोबारा भरन की लोड़ ही नहीं पई। ते केवल एक धरती थोड़ा है, पता नहीं किन्नियां कु धरतियां उन्हें इक्को वारी भर दित्तियां जिन्हां दा अनाज मुक्कण ते ही नहीं आउंदा। आसन लोए लोए भंडार, जो कुछ पाया सो एका वार, इक्को वारी जो पाना सी पा दिता, मुड़ पाने की लोड़ नहीं पई। प्रभु ते दान की भी सीमा नहीं, कीमत नहीं। तेरा दाने कीमत ना पवे, तिस दाते कौन शुमार, उस दाते का अंत अंदाजा ते किने लाना है।
ਦੁਨਿਆਵੀ ਦਾਤੇ ਨੂੰ ਦਾਨ ਕਰਨ ਲੱਗਿਆਂ ਜੇਬ ਦੇਖਣੀ ਪੈਂਦੀ ਹੈ। ਮੇਰੇ ਕੋਲ ਹੈ ਦੇਣ ਵਾਸਤੇ, ਰੱਬ ਨੂੰ ਜੇਬ ਨਹੀਂ ਦੇਖਣੀ ਪੈਂਦੀ। ਉਹਦਾ ਦਾਨ ਅਸੀਮ ਹੈ, ਉਹਦੀ ਜੇਬ ਅਸੀਮ ਹੈ। ਦੂਸਰਾ, ਦੁਨਿਆਵੀ ਦਾਤਾ ਦਾਨ ਕਰਨ ਲੱਗਿਆਂ ਸ਼ਰਤ ਰੱਖ ਦਿੰਦਾ ਹੈ, ਇਹ ਲੋੜਵੰਦ, ਇਹ ਗਰੀਬ, ਮੈਂ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ, ਪਰ ਜੋ ਕੁਝ ਮੈਂ ਤੈਨੂੰ ਦੇ ਰਿਹਾ ਤੈਨੂੰ ਉਹ ਕੁਝ ਲੈਣਾ ਪਏਗਾ। ਪਰ ਰੱਬ ਦਾਤਾ ਐਸਾ ਹੈ ਜਿਹੜਾ ਸ਼ਰਤ ਕੋਈ ਨਹੀਂ ਰੱਖਦਾ, ਜਿਹੜਾ ਆਖਦਾ ਤੂੰ ਮੂੰਹੋਂ ਮੰਗ, ਤੈਨੂੰ ਕੀ ਚਾਹੀਦਾ, ਮੈਂ ਤੇਰੀ ਝੋਲੀ ਚ ਪਾ ਦਿਆਂ। ਜੋ ਤੂੰ ਕਹੇ, ਹਰ ਪੁੱਛਿਆ ਢਾਡੀ ਸਦਕੈ, ਕਿਤ ਅਰਥ ਤੂੰ ਆਇਆ। ਢਾਡੀ ਮੈਨੇ ਲੋੜਵੰਦ ਨੂੰ ਬੁਲਾ ਕੇ ਪੁੱਛਿਆ, ਦੱਸ ਕੀ ਚਾਹੀਦਾ ਹੈ। ਹੁਕਮ ਕਰ ਦਿੱਤਾ ਵੀ ਜੋ ਮੰਗਦਾ ਦੀ ਝੋਲੀ ਪਾ ਦਿਓ। ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਿਕ ਮੁਖ ਮੰਗੇ ਸੋ ਦੇਣਾ। ਜੋ ਮੂੰਹ ਮੰਗ ਲੈ ਦੇ ਦਿਓ ਇਹਨੂੰ। ਰੱਬ ਦਾਤੇ ਦੀ ਕੋਈ ਸ਼ਰਤ ਨਹੀਂ ਹੈ। ਉਹ ਲੋੜਵੰਦ ਨੂੰ ਆਖਦਾ ਤੂੰ ਦੱਸ ਤੈਨੂੰ ਕੀ ਚਾਹੀਦਾ, ਜੋ ਤੂੰ ਮੂੰਹ ਮੰਗ ਲਵੇਂ ਮੈਂ ਉਹ ਤੈਨੂੰ ਦੇਣ ਨੂੰ ਤਿਆਰ ਹਾਂ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੋ ਮੂੰਹ ਮੰਗ ਲੈ, ਰੱਬ ਦੀ ਕੋਈ ਸ਼ਰਤ ਨਹੀਂ। ਦੋ ਦਾਤੇ ਦੁਨੀਆ ਤੇ ਇੱਕ ਹੀ ਰੂਪ ਨੇ, ਔਰ ਦੋਨਾਂ ਦੀਆਂ ਸ਼ਰਤਾਂ ਕੋਈ ਨਹੀਂ, ਕਿਉਂਕਿ ਰੂਪ ਇੱਕ ਨੇ ਨਾ। ਇੱਕ ਹੈ ਨਿਰੰਕਾਰ ਪਾਰਬ੍ਰਹਮ ਪਰਮੇਸ਼ਰ, ਇੱਕ ਹੈ ਗੁਰ ਪਰਮੇਸ਼ਰ। ਗੁਰੂ ਵੀ ਉਹਦਾ ਰੂਪ ਹੈ। ਇਸ ਤਰ੍ਹਾਂ ਕਹਿ ਲਓ ਵੀ ਸੂਰਜ ਦੀ ਕਿਰਨ ਹੀ ਹੈ, ਸੂਰਜ ਦਾ ਹੀ ਹਿੱਸਾ ਹੈ ਉਹ। ਗੁਰ ਪਰਮੇਸ਼ਰ ਐਸਾ ਦਾਤਾ ਹੈ ਜਿਹੜਾ ਮੂੰਹ ਮੰਗਿਆ ਦਾਨ ਝੋਲੀ ਪਾਉਂਦਾ ਹੈ, ਜਿਹੜਾ ਬੁਲਾ ਕੇ ਪੁੱਛਦਾ ਦੱਸ ਕੀ ਚਾਹੀਦਾ ਹੈ। ਦੁਨਿਆਵੀ ਕਹਾਵਤ ਹੈ ਕਿ ਮਿੱਤਰ ਉਹ ਜਿਹੜਾ ਮੁਸੀਬਤ 'ਚ ਕੰਮ ਆਏ, ਪਰ ਇਹ ਕਹਾਵਤ ਕੋਈ ਸੱਚੀ ਨਹੀਂ। ਮਿੱਤਰ ਉਹਨਾਂ ਚਿਰ ਕੰਮ ਆਉਂਦਾ ਹੈ ਜਿੰਨਾ ਚਿਰ ਤੱਕ ਮਾਇਆ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ, ਉਹਨਾਂ ਚਿਰ ਮਿੱਤਰਤਾ ਟਿਕੀ ਰਹਿੰਦੀ ਹੈ। ਜਦੋਂ ਮਿੱਤਰਾਂ ਦੇ ਵਿਚਕਾਰ ਮਾਇਆ ਦਾ ਲੈਣ ਦੇਣ ਸ਼ੁਰੂ ਹੋ ਜਾਏ ਤੇ ਉਹਦਾ ਹਿਸਾਬ ਕਿਤਾਬ ਵੀ ਨਾ ਰੱਖਿਆ ਜਾਏ, ਫਿਰ ਪੁਰਾਣੀ ਤੋਂ ਪੁਰਾਣੀ ਮਿੱਤਰਤਾ ਵਿੱਚ ਵੀ ਫਿੱਕ ਪੈ ਹੀ ਜਾਂਦੀ ਹੈ। ਜਿੰਨਾ ਚਿਰ ਲੈਣ ਦੇਣ ਨਹੀਂ ਉਹਨਾਂ ਚਿਰ ਮਿੱਤਰਤਾ ਹੈ। ਜਦੋਂ ਮੁਸੀਬਤ ਪੈ ਜਾਂਦੀ ਹੈ ਚੰਗੇ ਚੰਗੇ ਮਿੱਤਰ ਸਾਥ ਛੱਡ ਜਾਂਦੇ ਨੇ। ਅੱਜ ਲੋੜ ਪੈ ਜਾਏ ਮਿੱਤਰ ਦੇ ਦਰਵਾਜ਼ੇ ਤੇ ਜਾ ਕੇ ਮੰਗੋ ਮੈਨੂੰ ਆਹ ਕੁਝ ਚਾਹੀਦਾ ਹੈ, ਉਹ ਮਦਦ ਕਰ ਦੇਗਾ। ਦੂਸਰੇ ਦਿਨ ਫਿਰ ਮਿੱਤਰ ਦੇ ਦਰਵਾਜ਼ੇ ਚਲਾ ਜਾਈਏ ਮੈਨੂੰ ਅੱਜ ਇਸ ਚੀਜ਼ ਦੀ ਲੋੜ ਹੈ, ਦੂਸਰੇ ਦਿਨ ਵੀ ਉਹ ਸਹਾਇਤਾ ਕਰ ਦੇਗਾ। ਤੀਜੇ ਦਿਨ ਫਿਰ ਕੋਈ ਮੰਗਣ ਚਲਾ ਜਾਏ ਮੈਂ ਅੱਜ ਆਹ ਚੀਜ਼ ਲੈਣ ਆਇਆ, ਤੀਜੇ ਦਿਨ ਵੀ ਉਹਦੀ ਮਦਦ ਹੋ ਜਾਏਗੀ। ਚੌਥੇ ਦਿਨ ਵੀ, ਪੰਜਵੇਂ ਦਿਨ ਵੀ। ਹੈ ਤੇ ਰੋਜ਼ ਰੋਜ਼ ਆਉਣ ਲੱਗ ਗਿਆ। ਛੇਵੇਂ ਦਿਨ ਕੋਈ ਮਿੱਤਰ ਦੇ ਦਰਵਾਜ਼ੇ ਤੇ ਫਿਰ ਮੰਗਣ ਚਲਾ ਜਾਏ, ਮਿੱਤਰ ਦੇ ਘਰ ਦੇ ਦਰਵਾਜ਼ੇ ਬੰਦ ਮਿਲਣਗੇ। ਇਹ ਤੇ ਰੋਜ਼ ਰੋਜ਼ ਹੀ ਮੰਗਣ ਆਉਣ ਲੱਗ ਗਏ। ਦੁਨਿਆਵੀ ਮਿੱਤਰ ਜਿੰਨਾ ਚਿਰ ਲੈਣ ਦੇਣ ਨਾ ਹੋਵੇ ਉਹਨਾਂ ਚਿਰ ਮਿੱਤਰ ਨੇ। ਲੈਣ ਦੇਣ ਸ਼ੁਰੂ ਹੋ ਜਾਏ, ਹਿਸਾਬ ਕਿਤਾਬ ਕੋਈ ਨਾ ਰੱਖਿਆ ਜਾਏ ਤੇ ਮਿੱਤਰਤਾ ਵਿੱਚ ਫਿੱਕ ਪੈ ਜਾਂਦੀ, ਮਿੱਤਰਤਾ ਟੁੱਟ ਜਾਂਦੀ ਹੈ। ਮਿੱਤਰ 2 ਦਿਨ ਮਦਦ ਕਰਦਾ ਹੈ, 4 ਦਿਨ ਰੋਜ਼ ਰੋਜ਼ ਕੌਣ ਮਦਦ ਕਰਦਾ ਹੈ, 6ਵੇਂ ਦਿਨ ਤੇ ਮਿੱਤਰ ਦੇ ਘਰ ਦੇ ਦਰਵਾਜ਼ੇ ਵੀ ਬੰਦ ਮਿਲਦੇ ਨੇ। ਐ ਸਿੱਖਾ ਜੇ ਮਿੱਤਰ ਬਣਾਣਾ ਹੀ ਤੇ ਕਦੀ ਗੁਰੂ ਨਾਨਕ ਨੂੰ ਮਿੱਤਰ ਬਣਾ ਕੇ ਦੇਖ। ਸਤਿਗੁਰ ਮਿੱਤਰ ਮੇਰਾ ਪ੍ਰਾਣ ਸਖਾਈ, ਗੁਰੂ ਨੂੰ ਮਿੱਤਰ ਬਣਾ ਕੇ ਦੇਖ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਕਦੀ ਗੁਰੂ ਨੂੰ ਮਿੱਤਰ ਬਣਾ ਕੇ ਦੇਖ। ਇਸ ਦਰ ਤੇ ਸਵੇਰੇ ਆ ਕੇ ਮੰਗ, ਝੋਲੀਆਂ ਭਰ ਕੇ ਜਾਏਗਾ। ਸ਼ਾਮ ਨੂੰ ਆ ਕੇ ਮੰਗ, ਖਾਲੀ ਨਹੀਂ ਮੁੜੇਗਾ। ਦੂਸਰੇ ਦਿਨ ਆ ਕੇ ਮੰਗ, ਤੀਜੇ ਦਿਨ ਮੰਗ, ਝੋਲੀਆਂ ਭਰ ਕੇ ਤੁਰੇਗਾ। ਚੌਥੇ ਦਿਨ, ਪੰਜਵੇਂ ਦਿਨ ਖੁਸ਼ੀਆਂ ਨਾਲ ਲੱਦ ਕੇ ਤੁਰੇਗਾ। ਯਾਦ ਰੱਖੀ ਤੂੰ ਭਾਵੇਂ ਸਾਰੀ ਜ਼ਿੰਦਗੀ ਇਸ ਦਰ ਤੇ ਮੰਗਦਿਆਂ ਥੱਕ ਜਾਏ, ਪਰ ਗੁਰੂ ਨਾਨਕ ਮਿੱਤਰ ਦੇ ਘਰ ਦੇ ਦਰਵਾਜ਼ੇ ਤੈਨੂੰ ਕਦੀ ਬੰਦ ਨਹੀਂ ਮਿਲਣਗੇ। ਇਹ ਸਦਾ ਹੀ ਖੁੱਲੇ ਨੇ, ਇਹ ਦਰਵਾਜ਼ੇ ਨਹੀਂ ਬੰਦ ਹੁੰਦੇ। ਦੁਨਿਆਵੀ ਰਿਸ਼ਤੇਦਾਰਾਂ ਮਿੱਤਰਾਂ ਦੇ ਦਰਵਾਜ਼ੇ ਮੁਸੀਬਤ ਪਿਆ ਬੰਦ ਹੋ ਜਾਂਦੇ ਨੇ। ਗੁਰੂ ਨਾਨਕ ਦਾ ਘਰ ਐਸਾ ਹੈ, ਕਬੀਰ ਜਹ ਦਰ ਆਵਤ ਜਾਤਿਓ ਹਟਕੈ ਨਹੀਂ ਕੋਏ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਹ ਦਰ ਇਹੋ ਜਿਹੇ ਹੈ ਕਿ ਤੂੰ ਭਾਵੇਂ ਸਵੇਰੇ ਸ਼ਾਮ ਰੋਜ਼ ਜ਼ਿੰਦਗੀ ਭਰ ਮੰਗਦਿਆਂ ਥੱਕ ਜਾਏ, ਪਰ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਤੈਨੂੰ ਕਦੀ ਬੰਦ ਨਹੀਂ ਮਿਲਣਗੇ, ਇਹ ਸਦਾ ਹੀ ਖੁੱਲੇ ਨੇ।
ਉਰੇ ਦਾਤਾ ਮੂੰਹ ਮੰਗੀ ਦਾਤ ਦਿੰਦਾ ਹੈ। ਸੱਚਮੁੱਚ ਗੁਰੂ ਮੂੰਹ ਮੰਗੀ ਦਾਤ ਦਿੰਦਾ ਹੈ। ਦੁਨੀਆ ਨੇ ਇਸ ਦਰ ਤੋਂ ਖਜ਼ਾਨੇ ਮੰਗੇ, ਰਿੱਧੀਆਂ ਸਿੱਧੀਆਂ ਮੰਗੀਆਂ, ਨਾਮ ਧਨ ਦੇ ਖਜ਼ਾਨੇ ਮੰਗੇ। ਗੁਰੂ ਨੇ ਮੋੜਿਆ ਨਹੀਂ, ਝੋਲੀਆਂ ਭਰ ਕੇ ਤੋਰਿਆ। ਮੰਗਣ ਵਾਲੇ ਤੇ ਉਹ ਵੀ ਆਏ ਜਿਹੜੇ ਆਖਦੇ ਨੇ ਸਨ ਸਤਿਗੁਰੂ ਤੂੰ ਮੂੰਹ ਮੰਗੀ ਦਾਤ ਦਿੰਨੇ, ਜੋ ਮੂੰਹ ਮੰਗ ਲਈਏ ਦੇ ਦਿੰਨੇ। ਸਤਿਗੁਰੂ ਆਖਦੇ ਨੇ ਬਿਲਕੁਲ, ਗੁਰੂ ਨਾਨਕ ਦਾ ਘਰ ਹੀ ਇਹੋ ਜਿਹਾ ਹੈ, ਜੋ ਮੂੰਹ ਮੰਗੋ ਮਿਲ ਜਾਂਦਾ ਹੈ। ਤੇ ਮੰਗਣ ਵਾਲਿਆਂ ਨੇ ਇੱਥੋਂ ਤੱਕ ਵੀ ਮੰਗਿਆ ਸੀ, ਉਹ ਸਤਿਗੁਰੂ ਹੇ ਪਾਤਸ਼ਾਹ ਅਸੀਂ ਤੇਰੇ ਕੋਲ ਧਨ ਦੌਲਤ ਨਹੀਂ ਮੰਗਣ ਆਏ, ਅਸੀਂ ਤੇਰੇ ਕੋਲ ਰਿੱਧੀਆਂ ਸਿੱਧੀਆਂ ਨਹੀਂ ਮੰਗਣ ਆਏ, ਅਸੀਂ ਨਾਮ ਭਗਤੀ ਦੇ ਖਜ਼ਾਨੇ ਨਹੀਂ ਮੰਗਣ ਆਏ। ਜੇ ਸੱਚਮੁੱਚ ਹੈ ਸਤਿਗੁਰਾ ਤੂੰ ਮੂੰਹ ਮੰਗੀ ਦਾਤ ਦਿੰਨੇ, ਫਿਰ ਆਪਣੇ ਸੀਸ ਦਾ ਦਾਨ ਦੇ ਦੇ, ਸਾਡਾ ਧਰਮ ਬਚ ਜਾਏ, ਆਪਣਾ ਸਿਰ ਹੀ ਦੇ ਦੇ। ਮੰਗਣ ਵਾਲੇ ਤੇ ਗੁਰੂ ਦਾ ਸੀਸ ਮੰਗਣ ਵੀ ਆਏ, ਤੇ ਗੁਰੂ ਨੇ ਤੇ ਉਹਨਾਂ ਨੂੰ ਵੀ ਖਾਲੀ ਨਹੀਂ ਸੀ ਮੋੜਿਆ ਕਿ ਜੇ ਸਾਡਾ ਸੀਸ ਦਿੱਤਿਆਂ ਤੁਹਾਡਾ ਧਰਮ ਬਚਦਾ ਹੈ, ਤੇ ਇਦੋਂ ਸਸਤਾ ਸੌਦਾ ਕਿਹੜਾ ਹੋ ਸਕਦਾ ਹੈ। ਧਰਮ ਸਿਰ ਨਾਲੋਂ ਜ਼ਿਆਦਾ ਕੀਮਤੀ ਹੈ। ਧਰਮ ਦੀ ਵੈਲਿਊ ਬਹੁਤ ਹੈ, ਪ੍ਰਾਣਾਂ ਤੋਂ ਜ਼ਿਆਦਾ ਕੀਮਤੀ ਹੈ। ਕਸ਼ਮੀਰ ਦੇ ਪੰਡਤ ਆਖਦੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੁਹਾਡਾ ਸੀਸ ਦਿੱਤਿਆਂ ਸਾਡਾ ਧਰਮ ਬਚ ਸਕਦਾ ਹੈ। ਸਤਿਗੁਰੂ ਕਹਿਣ ਲੱਗੇ ਜੇ ਇਹ ਗੱਲ ਹੈ ਅਸੀਂ ਸੀਸ ਦੇਣ ਨੂੰ ਤਿਆਰ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਕ ਸੀਸ ਦੇਣ ਵਾਸਤੇ ਗਏ ਤਾਂ ਕਿ ਇਹਨਾਂ ਲੋਕਾਂ ਦਾ ਧਰਮ ਬਚ ਜਾਏ। ਜਿਹੜਾ ਇਸ ਦਰ ਤੇ ਗੁਰੂ ਦਾ ਸੀਸ ਵੀ ਮੰਗਣ ਆਇਆ, ਗੁਰੂ ਨੇ ਤੇ ਉਹਨੂੰ ਵੀ ਖਾਲੀ ਨਹੀਂ ਸੀ ਮੋੜਿਆ। ਸਤ ਬਚਨ ਸਾਡਾ ਸੀਸ ਦਿੱਤਿਆਂ ਤੁਹਾਡਾ ਧਰਮ ਬਚਦਾ ਹੈ। ਬੜਾ ਸਸਤਾ ਸੌਦਾ ਹੈ। ਧਰਮ ਬਹੁਤ ਅਮੁੱਲਕ ਹੈ। ਇਸ ਧਰਤੀ ਤੇ ਧਰਮ ਬਚਣਾ ਚਾਹੀਦਾ ਹੈ। ਗੁਰੂ ਮੂੰਹ ਮੰਗੀ ਦਾਤ ਦਿੰਦਾ ਹੈ, ਰੱਬ ਮੂੰਹ ਮੰਗੀ ਦਾਤ ਦਿੰਦਾ ਹੈ। ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। हे प्रभु तू दाता है और केवल तू ही दाता है। दद्दा दाता एक है सबको देवनहार। सारिਆਂ ਨੂੰ ਦਿੰਦਾ ਦਿੰਦੇ ਟੋਟ ਨਾ ਆਵਈ ਅਗੁਣਤ ਭਰੇ ਭੰਡਾਰ। ਤੇਰੇ ਖਜ਼ਾਨੇ ਮੁੱਕਦੇ ਹੀ ਨਹੀਂ, ਤੂੰ ਦੇਈ ਚਲਾ ਜਾਂਦਾ ਹੈ। ਲੋਕ ਥੱਕ ਜਾਂਦੇ ਨੇ, ਤੂੰ ਦਿੰਦਿਆਂ ਨਹੀਂ ਥੱਕਦਾ। ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਦੇਣ ਵਾਲਾ ਦਾਤਾ ਨਹੀਂ ਥੱਕਦਾ, ਲੈਣ ਵਾਲੇ ਮੰਗਤੇ ਥੱਕ ਜਾਂਦੇ ਨੇ। ਹੈ ਮੰਗਣ ਵਾਲੇ ਵੀ ਥੱਕ ਜਾਂਦੇ ਨੇ। ਅਸੀਂ ਕਦੀ ਥੱਕਦੇ ਆ ਮੰਗਦੇ ਆ? ਅਸੀਂ ਤੇ ਕਦੇ ਨਹੀਂ ਥੱਕਦੇ। ਪਰ ਨਹੀਂ, ਅਸੀਂ ਵੀ ਥੱਕ ਜਾਂਦੇ ਆ। ਲੈਣ ਵਾਲੇ ਥੱਕ ਜਾਂਦੇ ਨੇ, ਦੇਣ ਵਾਲਾ ਨਹੀਂ ਥੱਕਦਾ। ਕਦੀ ਦੇਖੋ ਮਾਲਕ ਨੇ ਕੋਮਲ ਤੋਂ ਕੋਮਲ ਭੋਜਨ ਪਦਾਰਥ ਦਿੱਤੇ, ਨਰਮ ਤੋਂ ਨਰਮ ਭੋਜਨ ਪਦਾਰਥ ਦਿੱਤੇ। ਉਹਨਾਂ ਕੋਮਲ ਭੋਜਨ ਪਦਾਰਥਾਂ ਨੂੰ ਸਾਡੇ ਪੱਥਰ ਵਰਗੇ ਦੰਦ ਖਾਂਦੇ ਰਹੇ। ਕੋਮਲ ਭੋਜਨ ਪਦਾਰਥਾਂ ਨੂੰ ਖਾਂਦਿਆਂ ਖਾਂਦਿਆਂ ਪੱਥਰ ਵਰਗੇ ਦੰਦ ਘਸ ਗਏ ਕਿ ਰੱਬ ਦਾ ਭੋਜਨ ਮਿਲਣਾ ਬੰਦ ਹੋ ਗਿਆ? ਨਹੀਂ, ਅਸੀਂ ਥੱਕ ਗਏ। ਅੱਗੇ ਨਾਲੋਂ ਜ਼ਿਆਦਾ ਹੀ ਟੇਬਲ ਤੇ ਭੋਜਨ ਸਜੇ ਹੋਣਗੇ, ਖਾਣ ਪੀਣ ਦੀਆਂ ਚੀਜ਼ਾਂ ਅੱਗੇ ਨਾਲੋਂ ਜ਼ਿਆਦਾ ਹੀ ਪਈਆਂ ਹੋਣਗੀਆਂ, ਪਰ ਕੀ ਕਰੀਏ, ਅਸੀਂ ਥੱਕ ਗਏ ਖਾ ਖਾ ਕੇ। ਉਹਦੇ ਭੋਜਨ ਨਹੀਂ ਮੁੱਕੇ, ਸਾਡੇ ਹੀ ਦੰਦ ਕੱਸ ਗਏ। ਉਸ ਪਰਮੇਸ਼ਰ ਨੇ ਇੱਕ ਤੋਂ ਇੱਕ ਕੀਮਤੀ ਵਸਤਰ ਦਿੱਤੇ ਪਹਿਨਣ ਵਾਸਤੇ। ਕੱਪੜ ਭਰੇ ਹੁੰਦੇ ਨੇ ਕੱਪੜਿਆਂ ਦੇ ਨਾਲ, ਅੱਗੇ ਨਾਲੋਂ ਜ਼ਿਆਦਾ ਹੀ ਕੱਪੜੇ ਹੋਣਗੇ, ਪਰ ਵਿਚਾਰਾ ਕੀ ਕਰੇ, ਬਜ਼ੁਰਗ ਹੋ ਗਿਆ, ਹੱਡੀਆਂ ਸਖਤ ਹੋ ਗਈਆਂ, ਹੱਥ ਬਾਹਾਂ ਮੁੜਦੀਆਂ ਨਹੀਂ, ਕੱਪੜੇ ਪਾ ਨਹੀਂ ਸਕਦਾ। ਮਨੁੱਖ ਥੱਕ ਜਾਂਦਾ ਹੈ, ਉਹ ਦਿੰਦਿਆਂ ਨਹੀਂ ਥੱਕਦਾ। ਬਸ ਮਨੁੱਖੀ ਵਸਤਰ ਪਹਿਨ ਕੇ ਥੱਕ ਗਿਆ। ਉਹਦੇ ਦਿੱਤੇ ਵਸਤਰਾਂ 'ਚ ਅੱਜ ਵੀ ਕਮੀ ਨਹੀਂ ਆਈ, ਅੱਗੇ ਨਾਲੋਂ ਜ਼ਿਆਦਾ ਹੀ ਹੋਣਗੇ। ਦਿੰਦਾ ਦੇ ਲੈਂਦੇ ਥੱਕ ਪਾਹੇ। ਲੈਣ ਵਾਲੇ ਥੱਕ ਜਾਂਦੇ ਨੇ, ਦੇਣ ਵਾਲਾ ਕਦੀ ਨਹੀਂ ਥੱਕਦਾ। ਉਹ ਤੇ ਦਾਤਾਂ ਦੇਈ ਜਾਂਦਾ ਹੈ। ਸਾਡੇ ਘਰ ਇੰਨਾ ਸਮਾਨ ਪਿਆ ਹੁੰਦਾ ਹੈ ਜਿਹੜਾ ਅਸੀਂ ਵਰਤ ਵੀ ਨਹੀਂ ਸਕਦੇ। ਦਿੱਤਾ ਉਹਨੇ ਹੈ, ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਵਰਤ ਲਈਏ, ਅਸੀਂ ਥੱਕ ਗਏ। ਉਹ ਤੇ ਦਾਤਾਂ ਦੇਈ ਜਾਂਦਾ ਹੈ, ਅਸੀਂ ਥੱਕ ਜਾਂਦੇ ਹਾਂ। ਪਰ ਜਿਹੜਾ ਇੰਨੀਆਂ ਦਾਤਾਂ ਲੈ ਕੇ ਵੀ ਜ਼ਬਾਨ ਤੋਂ ਇੱਕ ਸ਼ੁਕਰ ਨਾ ਕਵੇ, ਧੰਨਵਾਦ ਨਾ ਕਵੇ, ਫਿਰ ਤੇ ਧਿਰਕਾਰ ਹੀ ਹੈ ਨਾ ਉਹਦਾ ਜੀਵਨ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਮਾਲਕ ਦੇ ਦਿੱਤੇ ਪਦਾਰਥਾਂ ਨੂੰ ਖਾਂਦਿਆਂ ਮੂੰਹ ਕੱਸ ਗਿਆ, ਦੰਦ ਕੱਸ ਗਏ। ਪਹਿਨੰਦਿਆਂ ਸਭ ਅੰਗ
बस्तर पहन पहन के अंग मुड़ गए, हड्डियां सख्त हो गईयां, ओदे बस्तर नहीं मुके। पर जिहड़ा फिर भी एडिया दाता लैके शुक्र ना करे, शिकायत ही करदा रहे, तू दिता की मैनू। खांदियां खांदियां मूंह कट्ठा, पहनदियां सब अंग, त्रिग तिन्हां दा जीविया, जिन सच ना लगो रंग। ਉਹਦਾ ਜੀਵਨ ਫਿਰ ਤਰਕਾਰ ਯੋਗ ਹੈ, ਜਿਹੜਾ ਅਜੀ ਵੀ ਰੱਬ ਦੇ ਪ੍ਰੇਮ ਨਾਲ ਨਹੀਂ ਜੁੜਿਆ, ਉਹਦੇ ਸ਼ੁਕਰਾਨੇ ਵਿੱਚ ਨਹੀਂ ਆਇਆ। ਫਿਰ ਤ੍ਰਿਗ, ਜਿਹਨੂੰ 1000 ਵਾਰ ਲਾਨਤ ਪਾਣੀ ਹੋਵੇ, ਇੱਕ ਵਾਰ ਤ੍ਰਿਗ ਸ਼ਬਦ ਕਹੀਦਾ। ਤ੍ਰਿਗ ਤਿਨਾਂ ਦਾ ਜੀਵਿਆ, 1000 ਲਾਨਤਾਂ ਨੇ ਉਹਨਾਂ ਨੂੰ, ਜਿਨ ਸੱਚ ਨਾ ਲੱਗੋ ਰੰਗ। ਉਹ ਦਾਤਾ ਐਸੇ ਉੱਤੇ ਦਾਤਾਂ ਦੇ ਹੀ ਜਾਂਦਾ ਹੈ, ਲੋਕ ਥੱਕ ਜਾਂਦੇ ਨੇ। ਔਰ ਉਹ ਮੂੰਹ ਮੰਗੀ ਦਾਤ ਦਿੰਦਾ। ਜੇ ਮੂੰਹ ਮੰਗੀ ਦਾਤ ਦਿੰਦਾ ਹੈ, ਫਿਰ ਮਣਾ जे तू मंगता बन ही गया ਉਹਦੇ ਅੱਗੇ, क्योंकि मंगता बनना आसान नहीं है, बड़ा औखा है मंगता बनना। मंगता बनने वास्ते अपनी इज्जत दाव ते लानी पैंदी है, अपना हंकार त्यागना पैंदा है, हों छड्डनी पैंदी है। मंगता बनने वास्ते अपनी जमीर मारनी पैंदी है, फिर मंगता बनीदा। मंगता बनना आसान नहीं। मंगण गया सो मर गया, मंगण मूल ना जा। ਮੰਗਣ ਦਾ ਮਤਲਬ ਵੀ ਮਰ ਗਿਆ, ਹੁਣ ਕਿਸੇ ਜੋਗਾ ਨਹੀਂ। ਔਰ ਮੰਗਦਾ ਮਨੁੱਖ ਉਦੋਂ ਹੈ ਜਦੋਂ ਇੰਨਾ ਮਜਬੂਰ ਹੋ ਜਾਏ ਕਿ ਹੁਣ ਬਿਨਾਂ ਮੰਗਿਆਂ ਗੱਲ ਨਹੀਂ ਬਣਨੀ। ਜਦੋਂ ਜ਼ਮੀਰ ਮਾਰਨੀ ਪੈ ਜਾਏ, ਫਿਰ ਮੰਗਤਾ ਬਣ ਹੀ ਜਾਂਦਾ ਹੈ। ਜਦੋਂ ਕੋਈ ਹੀਲਾ ਵਸੀਲਾ ਨਾ ਬਚੇ, ਮਜਬੂਰਨ ਮੰਗਤਾ ਬਣਨਾ ਪੈਂਦਾ ਹੈ। ਇਹੀ ਕਾਰਨ ਲੋਕ ਮੰਗਤੇ ਨੂੰ ਦਾਨ ਕਰ ਦਿੰਦੇ ਨੇ, ਲੋਕ ਮੰਗਤੇ ਨੂੰ ਦਾਨ ਦੇ ਦਿੰਦੇ ਨੇ, ਮਾਣ ਨਹੀਂ ਦਿੰਦੇ। कभी देखा किसी ने ड्राइंग रूम च बिठा के मंगते नूं भीख दिती होवे? लोग दरवाजे चों मोड़ दिंदे ने, दे दिंदे ने, पर इज्जत नहीं दिंदे। गुरबाणी दे वचन ने, हे लोक धिकार कहे मंगत जन, मंगत मान ना पाया। लोग मंगते नूं धिकार आखदे ने, मंगते नूं मान नहीं मिलदा। दान मिल जांदा है, मान नहीं मिलदा। जे तू मंगता बनन ते मजबूर हो ही गया है, भिखारी बन ही रहे हैं, जे जमीर मार ही दिती, हंकार तोड़ ही दिता, फिर कोई चज दी चीज ही मंग लई। फिर माड़ी मोटी चीज ना मंगी। जे मंगण ते उतर ही आया है, फिर कोई चज दी चीज मंग लई जिहड़ी कीमती होवे। फिर वो चीज ना मंगी जिहड़ी साल 2 साल तेरा साथ देवे, 5 10 8 साल तेरा साथ देवे। फिर वो चीज ना मंगी जिहड़ा इस जीवन च ही साथ देवे, जदों मौत आए तो साथ छड़ जाए। फिर तो वो चीज मंगी जिहड़ी लोक पर लोक तेरा साथ ना छड्डे। जे मंगण ते ही आ गया, फिर चज दी चीज मंग। और याद रखियो, गुरु नानक दा घर ते वैसे ऐसा है जिथे मंगते नूं दान भी मिलता है ते मान भी मिलता है। ये घर ऐसा है, इत्थे मंगते नूं मान भी मिलता है। ਜਿਹੜਾ ਗੁਰੂ ਨਾਨਕ ਦੇ ਸਾਹਮਣੇ, ਗੁਰਬਾਣੀ ਦੇ ਸਾਹਮਣੇ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਅਕਾਲ ਪੁਰਖ ਅੱਗੋਂ ਮੰਗਦਾ ਹੈ ਨਾ, ਗੁਰੂ ਕਾ ਸਿੱਖ, ਦਾਤਾਂ ਤੇ ਉਹਦੀ ਝੋਲੀ 'ਚ ਆਉਂਦੀਆਂ ਹੀ ਨੇ। ਲੋਕ ਵੀ ਹੱਥ ਜੋੜ ਕੇ ਉਹਨੂੰ ਮਾਣ ਦਿੰਦੇ ਨੇ। ਆਇਆ ਗੁਰੂ ਕਾ ਪੱਕਾ ਸਿੱਖ, ਆਪਣੇ ਗੁਰੂ ਦੇ ਦਰ ਨੂੰ ਛੱਡ ਕੇ ਦਰ ਦਰ ਤੇ ਨਹੀਂ ਭਟਕਦਾ ਫਿਰਦਾ। ਇੱਕ ਦਾ ਹੈ ਇਹ, ਜਦੋਂ ਕੋਈ ਗੁਰੂ ਅੱਗੇ ਹੱਥ ਜੋੜ ਖਲੋ ਅਰਦਾਸ ਕਰਦਾ ਹੈ, ਲੋਕ ਤੇ ਉਸ ਅਰਦਾਸ ਕਰਨ ਵਾਲੇ ਗੁਰਸਿੱਖ ਨੂੰ ਵੀ ਮਾਣ ਦਿੰਦੇ ਨੇ, ਇੱਜ਼ਤ ਦਿੰਦੇ ਨੇ। ਇਹ ਆਪਣੇ ਗੁਰੂ ਕਾ ਸਿੱਖ। ਇੱਥੇ ਮੰਗਤੇ ਨੂੰ ਦਾਨ ਵੀ ਮਿਲਦਾ, ਮਾਣ ਵੀ ਮਿਲਦਾ। ਔਰ ਇੰਨਾ ਮਾਣ, ਉਹ ਗੁਰੂ ਅੱਗੇ ਖਲੋ ਕੇ ਅਰਦਾਸ ਵੀ ਨਾ ਕਰੇ, ਬਸ ਗੁਰਦੁਆਰੇ ਆ ਕੇ ਲੰਗਰ 'ਚ ਹੀ ਬਹਿ ਜਾਏ, ਪੰਗਤ 'ਚ ਹੀ ਬਹਿ ਕੇ ਪ੍ਰਸ਼ਾਦਾ ਛਕਣ ਲੱਗ ਜਾਏ, ਤੇ ਹੱਦ ਹੋ ਜਾਂਦੀ ਹੈ ਦੇਖ ਕੇ। ਚਿੱਟੀ ਦਾੜੀ ਵਾਲੇ ਬਜ਼ੁਰਗ, ਸਿਆਣੇ ਬਿਆਣੇ ਗੁਰਮੁਖ, ਉਹ ਹੱਥ ਜੋੜ ਕੇ ਤਰਲੇ ਲੈਂਦੇ ਹੁੰਦੇ ਨੇ ਕਿ ਇੱਕ ਪ੍ਰਸ਼ਾਦਾ ਛਕ ਕੇ ਜਾਇਓ। ਤੇ ਜਿਹੜਾ ਗੁਰੂ ਨਾਨਕ ਦੇ ਘਰ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਣ ਵਾਲਾ ਹੈ ਨਾ, ਉਹ ਬੜੇ ਮਾਣ ਨਾਲ ਕਹਿੰਦਾ 2 ਪ੍ਰਸ਼ਾਦੇ ਲੈ ਕੇ ਆਓ। ਬੜਾ ਮਾਣ ਮਹਿਸੂਸ ਕਰਦਾ, ਬੜੇ ਮਾਣ ਨਾਲ ਕਹਿੰਦਾ ਇੰਨੀ ਦਾਲ ਲੈ ਕੇ ਆਓ, ਸਬਜ਼ੀ ਲੈ ਕੇ ਆਓ। ਇੱਥੇ ਤੇ ਮੰਗਣ ਵਾਲਾ ਵੀ ਬੜਾ ਮਾਣ ਰੱਖਦਾ ਹੈ। ਪ੍ਰਸ਼ਾਦਾ ਛਕਾਉਣ ਵਾਲਾ ਗੁਰੂ ਕਾ ਸਿੱਖ ਬਜ਼ੁਰਗ ਹੱਥ ਜੋੜ ਕੇ ਤਰਲੇ ਲੈਂਦਾ ਹੈ, ਪ੍ਰਸ਼ਾਦਾ ਛਕ ਕੇ ਜਾਈ ਗੁਰੂ ਅੱਗੇ ਸਿੱਖਾ। ਤੇ ਜਿਹੜਾ ਛਕਣ ਬੈਠਦਾ ਹੈ, ਉਹ ਬੜੇ ਮਾਣ ਨਾਲ ਆਖਦਾ ਵੀ ਪ੍ਰਸ਼ਾਦਾ ਲੈ ਕੇ ਆਓ, ਚਾਹ ਲੈ ਕੇ ਆਓ, ਮੇਰੇ ਵਾਸਤੇ ਜਲ ਲੈ ਕੇ ਆਓ। ਇੱਥੇ ਦਾਨ ਨਹੀਂ, ਮਾਣ ਵੀ ਨਾਲ ਮਿਲਦਾ ਹੈ।
बड़े माण दे नाल, फखर दे नाल, भावें गुरुद्वारे अंदर दाखल ना होवे, लंगर हाल चला जाए, उत्थे भी माण दे नाल प्रशादा भोजन छक के तुरदा है। गुरु नानक दे घर कल्ला दान नहीं मिलदा, माण भी मिलदा है। दोनों चीज़ां इकट्ठियां ने। ए मनुख मंगण ते ही आ गया, फिर कोई चज दी चीज़ मंग लई। और सतगुरु ने सानू मंगना सिखाया कि जे सिखा मंगण लगे तो आ चीज़ां मंग लई, बहुत कीमती ने। फिर वो चीज़ कानू मंगनी, साल 2 साल कड्डे, साथ छड़ जाए, फिर वो चीज़ मंगी ताज जिंदगी तेरा साथ ना छड़े। आ तेनू मंगना सिखावा। गुरु ने मंगना सिखाया। सिख कीमती चीज़ां मंगदा है, सवेरे भी शाम भी। ये गल वखरी सी, बेध्याने च मंग जाने, पर मंगते जरूर आ। ऐ सिखा जे मंगना ही होवे, दान लेना ही है ना इस दर तो, ते क्या कर सिखा नू सिखी दान। जे दान मंगण ही आ गए इस दर ते भिखारी बन के, फिर कोई चज दा दान मंग लई, सिखी दान मंग लई। बहुत कीमती है। किड्डी कीमती होएगी सिखी, जिहड़ी रोज सिख मंगता बन के सवेरे भी मंगी जाता है, शाम भी मंगी जाता है। भावें बेध्याना ही मंगदा है, मंगदा जरूर है, क्योंकि कीमती दान है। सिखी कितनी कीमती होएगी कि जिस सिखी नूं बचाने वास्ते साडे बुजुर्गां ने अपने बंद बंद कटा ले, आरे नाल शरीर दे 2 टुकड़े करा ले, उबलदियां देगां च उबाले खा ले, चरखड़ियां ते अपने आप नूं चाड़ रूह दे तुंबियां दी तरह उड़ा लिया, गड्डियां थले आके चूरा चूरा हो गए, खोपड़ियां लवा लियां। किड्डी कीमती चीज़ होएगी सिखी, प्राणा तो भी कीमती होएगी। सचमुच धर्म सिर तो ज्यादा कीमती है। धर्म बहुत कीमती है कि सिर जांदा तां जाए, मेरा सिखी सदक ना जाए। जे मंगनी है कोई चज दी चीज मंग लई, सवेरे आके क्या कर गुरु नूं सिखा नूं सिखी दान, शाम भी मंगिया कर सिखी दान। किड्डी कीमती चीज होएगी। सिख सवेरे भी मंगी जाता है, शाम भी मंगी जाता है, कीमती चीज है ना। जे दान मंगण ते आ ही गया ए भिखारी, ए मंगते कोई चज दी चीज मंग लई, तू क्या कर सतगुरु मैनूं केस दान दे दिओ। सिखां नूं सिखी दान, केस दान, किड्डी कीमती चीज होएगी केस, जिहड़ा सिख रोज मंगी जाता है सवेरे भी शाम भी, मैनूं दान दे दिओ केसां दा। जिहड़ी अहमियत असीं भुलदे जा रहे हां। किसी ईमानदार सच्चे सुच्चे बुजुर्ग दियां अखां ते पट्टी बन के गुरुआं पीरां दी धरती पंजाब दे किसी शहर दे विच उहनूं खड़ा कर दिता जाए ते ओहदी अखां दी पट्टी खोल के उहनूं कहा जाए, दस तू किहड़े शहर च खड़ा है? वो कहेगा किसी यूपी बिहार दे शहर च खड़ा। उहनूं कहो तू गुरुआं पीरां दी धरती पंजाब दे शहर च खड़ा है, वो कहेगा है पंजाब दा शहर, केसां वाला ते कोई नजर आ नहीं रहा, कोई टामा टामा बिरला बिरला केसां वाला ते दिसदा नहीं। गुरुआं पीरां दे सिख ते केसां वाले हुंदे ने, वो ते खोपड़ियां लवा लैंदे ने पर केस नहीं कटांदे। आई हालत है ना पंजाब के शहरों की, अच्छी पिंडां की भी यह हालत है। हुण किड्डी कीमती चीज होएगी केस। साडे बुजुर्गां ने खोपड़ियां लवा लियां, केस नहीं सी कतल होण दित्ते। और केसां नूं पुराने जमाने बुजुर्गां ने शब्द भी बड़े चुन के वरते सन। जदों किसी के बच्चे ने केस कटाने, वो ये नहीं सी कहंदे भी फलाने दे बच्चे ने केस मुना लए ने, वो कहंदे सी केस कतल करा लए ने, केसां दी हत्या कर दी है, कतल हो गया, खत्म हो गया है। बच्चा सवेरे स्कूल जाए, शाम घर वापस ना आए, माता पिता बेतहाशा लभदे ने, परेशान हो जाते हैं। पर जदों की केस कतल करा लैंदा है गुरु नानक दे घर चों, सिੱਖੀ दे घर चों ओदी मौत हो जाती है, वो बच्चा ऐसा जाता है मुड़ वापस आउण दी संभावना ही नहीं रह जाती। बहुत मुश्किल कदी कोई वापस मुड़दा है। इस करके कतल नाम दिता किसां दा कि सिੱਖੀ इन्हें खत्म कर लई अपनी। गुरु नानक दे घर चों मर गए। किड्डी कीमती चीज होएगी। सिख सवेरे भी केस मंग रहे, शाम भी। सिखां नूं सिੱਖੀ दान, केस दान, रहत दान। रहत किड्डी कीमती चीज होएगी। सिख सवेरे भी मंगी जाता है, शाम भी मंगी जाता है। विवेक दान, विवेक माने परख वाली बुद्धि, परख वाली बुद्धि, गुरु दी मत वाली बुद्धि, गुरु दा ज्ञान किड्डी कीमती चीज होएगी। सिख सवेरे भी विवेक बुद्धि मंगी जाता है, शाम भी मंगी जाता है। पर फिर
ਥਾਂ ਥਾਂ ਤੇ ਟਕਰਾ ਮਾਰੀ ਜਾਂਦਾ ਹੈ। ਕਦੀ ਕਿਸੇ ਪੱਥਰ, ਕਦੀ ਦਰਖਤ, ਕਦੀ ਪਸ਼ੂ ਨੂੰ ਮੱਥੇ ਟੇਕੀ ਜਾਂਦਾ ਹੈ। ਵਿਵੇਕ ਬੁੱਧੀ ਤੇ ਆਈ ਨਹੀਂ ਹੈ। ਉਹ ਰੋਜ਼ ਮੰਗ ਰਿਹਾ, ਸਵੇਰੇ ਵੀ ਮੰਗ ਰਿਹਾ, ਸ਼ਾਮ ਵੀ ਮੰਗ ਰਿਹਾ। ਕੋਈ ਵੀ ਇਹਨੂੰ ਭਰਮਾ ਕੇ ਲੈ ਜਾਂਦਾ ਹੈ, ਕੋਈ ਵੀ ਇਹਨੂੰ ਸਵਾਦ ਦੀ ਚੁਟਕੀ ਜਲ ਪਾਣੀ ਬਣਾ ਕੇ ਦੇ ਦਿੰਦਾ ਹੈ, ਕੋਈ ਵੀ ਇਹਨੂੰ ਤਸਬੀਹ ਮਾਲਾ ਦਿਖਾ ਕੇ ਲੁੱਟ ਕੇ ਲੈ ਜਾਂਦਾ ਹੈ, ਕੋਈ ਵੀ ਚੀਜ਼ ਦਿਖਾ ਕੇ ਲੁੱਟ ਕੇ ਲੈ ਜਾਂਦਾ ਹੈ। ਵਿਵੇਕ ਤੇ ਆਇਆ ਹੀ ਨਹੀਂ ਹੈ। ਔਰ ਸਿੱਖ ਸਵੇਰੇ ਵੀ ਮੰਗ ਰਿਹਾ, ਸ਼ਾਮ ਵੀ ਮੰਗ ਰਿਹਾ। ਵਿਵੇਕ ਕਿੱਡੀ ਕੀਮਤੀ ਚੀਜ਼ ਹੋਏਗੀ ਜਿਹੜੀ ਸਿੱਖ ਨੂੰ 2 ਵਕਤ ਦਾਨ ਚ ਮੰਗਣੀ ਪੈਂਦੀ ਹੈ। ਹੇ ਸਤਿਗੁਰਾਂ, ਇਸ ਮੰਗਤੇ ਦੀ ਝੋਲੀ ਚ ਦਾਨ ਪਾ ਦਿਓ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਔਰ ਸਭ ਤੋਂ ਕੀਮਤੀ ਦਾਨ ਮੈਨੂੰ ਨਾਮ ਦੇ ਦਿਓ। ਦਾਨਾ ਸਿਰ ਦਾਨ, ਨਾਮ ਦਾਨ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਇਆਲ, ਨਾਮ ਦੇਹੋ ਮੰਗਤ ਜਨ ਕੋ। ਕਿੱਡਾ ਕੀਮਤੀ ਦਾਨ ਹੋਏਗਾ ਨਾਮ, ਜਿਹੜਾ ਰੋਜ਼ ਸਿੱਖ ਸਵੇਰੇ ਵੀ ਮੰਗੀ ਜਾਂਦਾ, ਸ਼ਾਮ ਵੀ ਮੰਗੀ ਜਾਂਦਾ। ਜੇ ਮੰਗਣ ਤੇ ਆ ਗਿਆ ਫਿਰ ਚੱਜ ਦੀ ਚੀਜ਼ ਹੀ ਮੰਗ ਲਵਾਂ, ਨਾਮ ਹੀ ਮੰਗ ਲਵਾਂ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੇ ਆਪ। ਜੇ ਮੰਗਣ ਤੇ ਆ ਗਿਆ ਫਿਰ ਕਿਉਂ ਨਾ ਇੱਕ ਨੂੰ ਹੀ ਮੰਗ ਲਵਾਂ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਫਿਰ ਕਿਉਂ ਨਾ ਨਾਮ ਹੀ ਮੰਗ ਲਵਾਂ। ਮੰਗਤਾ ਬਣਨ ਤੇ ਮਜਬੂਰ ਹੋ ਹੀ ਗਿਆ। ਫਿਰ ਮਾਲਕਾ ਇੱਕ ਕਿਰਪਾ ਕਰੀ, ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਇਸ ਮੰਗਤੇ ਦੀ ਝੋਲੀ, ਇਸ ਭਿਖਾਰੀ ਦੀ ਝੋਲੀ ਬੰਦਗੀ ਦੀ ਖੈਰ ਪਾ ਦਿਓ। ਆਪ ਭੀਖ ਦੇ ਦਿਓ। ਖੈਰ ਮੈਨੇ ਭੀਖ ਮੰਗ, ਮੇਰੀ ਝੋਲੀ ਆਪ ਪਾ ਦਿਓ। ਮੰਗਣ ਤੇ ਆ ਗਿਆ ਫਿਰ ਮੰਗਣਾ, ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਨੀਕਾ ਮਨੇ ਸ੍ਰੇਸ਼ਟ, ਕੀਮਤੀ, ਸਭ ਤੋਂ ਕੀਮਤੀ ਮੰਗਣਾ ਹੈ। ਹਰੀ ਦਾ ਜਸ ਹੀ ਮੰਗ ਲਈ। ਮਾਲਕਾ ਦੇਣੀ ਲੱਗੀਆਂ ਫਿਰ ਦਾਨਾ ਸਿਰਦਾਨ, ਨਾਮ ਦਾਨ, ਆ ਦਾਨ ਦੇ ਦਿਓ। ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਮੈਨੂੰ ਆ ਦਾਨ ਮੇਰੀ ਝੋਲੀ ਪਾ ਦਿਓ। ਕਿੱਡੇ ਕੀਮਤੀ ਦਾਨ ਹੋਣਗੇ। ਸਿੱਖ ਬੇਧਿਆਨੇ ਸਵੇਰੇ ਵੀ ਮੰਗੀ ਜਾਂਦਾ, ਸ਼ਾਮ ਵੀ ਮੰਗਦਾ, ਪਰ ਮੰਗਦਾ ਰੋਜ਼ ਹੈ। ਤੇ ਇੱਕ ਸਵਾਲ ਪੈਦਾ ਹੁੰਦਾ ਹੈ, ਸਿੱਖ ਮੰਗਦਾ ਵੀ ਹੈ ਸਿੱਖੀ ਦਾਨ, ਕੇਸ ਦਾਨ, ਔਰ ਦਾਤਾ ਇਹੋ ਜਿਹਾ ਮੂੰਹ ਮੰਗਿਆ ਦਾਨ ਝੋਲੀ ਵੀ ਪਾਉਂਦਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੋਚ ਹੋਵੇ। ਉਹ ਮੂੰਹ ਮੰਗੀ ਦਾਤ ਦਿੰਦਾ ਵੀ ਹੈ। ਫਿਰ ਕੀ ਕਾਰਨ ਸਾਨੂੰ ਸਿੱਖੀ ਦਾਨ ਮਿਲ ਕਿਉਂ ਨਹੀਂ ਰਿਹਾ? ਸਾਡੇ ਜੀਵਨ ਵਿੱਚ ਕੇਸ ਦਾਨ ਆ ਕਿਉਂ ਨਹੀਂ ਰਿਹਾ? ਰਹਿਤ ਦਾਨ, ਵਿਵੇਕ ਦਾਨ ਸਾਡੀ ਜ਼ਿੰਦਗੀ 'ਚ ਕਿਉਂ ਨਹੀਂ ਪ੍ਰਵੇਸ਼ ਕਰ ਰਿਹਾ? ਨਾਮਦਾਨ ਕਿਉਂ ਨਹੀਂ ਸਾਨੂੰ ਪ੍ਰਾਪਤ ਹੋ ਰਿਹਾ? ਅਸੀਂ ਮੰਗਦੇ ਵੀ ਆ, ਇਹ ਨਹੀਂ ਮੰਗਦੇ ਨਹੀਂ, ਮੰਗਦੇ ਵੀ ਆ ਤੇ ਉਹ ਦਾਤਾ ਐਸੇ ਮੂੰਹ ਮੰਗੀ ਦਾਤ ਝੋਲੀ ਵੀ ਪਾਉਂਦਾ। ਅਸੀਂ ਮੰਗ ਵੀ ਰਹੇ ਹਾਂ, ਉਹ ਦੇ ਵੀ ਰਿਹਾ, ਸਾਡੇ ਤੱਕ ਪਹੁੰਚ ਕਿਉਂ ਨਹੀਂ ਰਿਹਾ? ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਇੱਕ ਬਚਨ ਕੀਤਾ, ਕਹਿਣ ਲੱਗੇ ਸਿੱਖਾਂ, ਉਹ ਦਰ ਤੇ ਇਹੋ ਜਿਹਾ 33 ਕਰੋੜ ਵੀ ਮੰਗਦੇ ਨੇ, ਝੋਲੀਆਂ ਭਰ ਕੇ ਜਾਂਦੇ ਨੇ, ਉਹਦੇ ਭੰਡਾਰੇ ਮੁੱਕਦੇ ਨਹੀਂ ਮਾਲਕ ਦੇ। ਕੋਟ 33 ਜਾਚੈ ਪ੍ਰਭ ਨਾਇਕ, ਜਾਚੈ ਮੈਨੇ ਮੰਗਦੇ ਨੇ 33 ਕਰੋੜ, ਦਿੰਦੇ ਟੋਟ ਨਹੀਂ ਭੰਡਾਰ। ਉਸ ਮਾਲਕ ਦੇ ਦਰ ਤੇ ਕਮੀ ਨਹੀਂ ਹੈ, ਉਹ ਦੇ ਹੀ ਚਲਾ ਜਾਂਦਾ 33 ਕਰੋੜਾਂ ਨੂੰ। ਪੁੱਛਿਆ ਵੀ ਸਾਡੇ ਤੱਕ ਕਿਉਂ ਨਹੀਂ ਪਹੁੰਚ ਰਿਹਾ? ਫਿਰ ਅਸੀਂ ਮੰਗ ਵੀ ਰਹੇ ਹਾਂ, ਉਹ ਦੇ ਵੀ ਰਿਹਾ, ਫਿਰ ਵੀ ਪ੍ਰਾਪਤੀ ਨਹੀਂ ਹੈ। ਕਾਰਨ ਕੀ ਹੈ? ਸਤਿਗੁਰੂ ਕਹਿਣ ਲੱਗੇ ਜਰਾ ਧਿਆਨ ਦੇਈ, ਜਿਹੜਾ ਤੂੰ ਹੱਥ 'ਚ ਭਾਂਡਾ ਫੜਿਆ ਹੋਇਆ ਕਿਤੇ ਪੁੱਠਾ ਤੇ ਨਹੀਂ? ਤੂੰ ਮੰਗ ਵੀ ਰਿਹਾ ਹੋਵੇ, ਉਹ ਪਾ ਵੀ ਰਿਹਾ ਹੋਵੇ ਭਾਂਡੇ 'ਚ, ਪਰ ਤੇਰਾ ਹੀ ਭਾਂਡਾ ਪੁੱਠਾ ਹੋਵੇ। ਜੇ ਭਾਂਡਾ ਹੀ ਪੁੱਠਾ ਫਿਰ ਸਮਝ ਲਈ ਖਾਲੀ ਰਹਿ ਗਿਆ। ਵਰਖਾ ਤੇ ਹੋ ਹੀ ਰਹੀ ਉਹਦੀ ਰਹਿਮਤ ਦੀ, ਪਰ ਜਦੋਂ ਤੇਰਾ ਭਾਂਡਾ ਪੁੱਠਾ ਹੁੰਦਾ ਉਦੋਂ ਭਾਂਡਾ ਖਾਲੀ ਰਹਿ ਜਾਂਦਾ ਹੈ। ਕੋਟ 33 ਜਾਚੇ ਪ੍ਰਭ ਨਾਇਕ, ਦਿੰਦੇ ਟੋਟ ਨਹੀਂ ਭੰਡਾਰ, ਉਂਦੇ ਭਾਂਡੇ ਕੱਛ ਨਾ ਸਮਾਵੇ, ਸੀਧੇ ਅੰਮ੍ਰਿਤ ਪਵੇ ਨਿਹਾਰ। ਪੁੱਠੇ ਭਾਂਡੇ 'ਚ ਪੈਂਦਾ ਕੁਛ ਨਹੀਂ ਹੈ, ਬਸ ਦੇਖੀ ਤੇਰਾ ਭਾਂਡਾ ਤੇ ਪੁੱਠਾ ਨਹੀਂ। ਪੁੱਠੇ ਭਾਂਡੇ ਦੀ ਨਿਸ਼ਾਨੀ ਹੁੰਦੀ ਹੈ ਉਹਦਾ ਦਰਮਿਆਨਾ ਤਲਾ ਉੱਚਾ ਹੁੰਦਾ ਹੈ, ਤੇ ਸਿੱਧੇ ਭਾਂਡੇ ਦੀ ਪਛਾਣ ਹੁੰਦੀ ਹੈ ਉਹਦਾ ਦਰਮਿਆਨਾ ਤਲਾ ਨੀਵਾਂ ਹੁੰਦਾ ਹੈ।
देखी तेरे हिरदे दा भांडा हंकार दी टीसी ते तने चढ़िया होया, भांडा पुठा ते नहीं, क्योंकि हंकारी भांडे च वस्त टिकदी ही नहीं है। पहाड़ां ते दिन रात वरखा हुंदी है, कोई दिन मीह पैंदा रहा, मीह रुकिया अजे 10 मिनट नहीं सी होए, पहाड़ की टीसी उपर कई बार एक भी पानी की बूंद नहीं मिलती। ते मैदानी इलाके च कदी कदी मीह पैंदा है, सारे तलाब सरोवर पानी नाल लबालब भर जाते हैं। क्यों? हंकार की टीसी ते रहमत टिकदी नहीं है। फरीदा गर्भ जिन्हां वडियाइयां, जिन्हां हंकार है भी मेरी जिन्नी किसी की वडियाई नहीं, जिन्होंने हंकार है मेरे जिन्ना किसी को धन नहीं, जिहड़ा हंकार करता है मेरे जिहड़ी किसी को खूबसूरती नहीं, ये हंकार दे पहाड़ ही नहीं ना अंदर। गुरु कोल सचमुच आके मत्था टेकण ते भी हंकार नूं सट वजदी है कि कोई मेरे तो भी वड्डा जिहदे अगे गोडे टेकने पैंदे ने। ਉਹ पीड़ महसूस हुंदी है जिहड़ी पीड़ ऊंठ नूं पहाड़ कोल जाण ते महसूस हुंदी है। जदों ऊंठ पहली बार पहाड़ कोल जांदा है उन्होंने बड़ी पीड़ा हुंदी है, मेरे तो भी कोई वड्डा है, अज पता लग्या मेरे तो भी कोई वड्डा है। गुरु कोल आके गोडे टेकदियां हंकार नूं सट वजदी है कि साडे तो भी कोई वड्डा है जिहदे अगे मैनूं अपने गोडे टेकने पैंदे ने। करदा की है? हंकार छड्डना नहीं चाहता, बाहरों बाहरों गोडे टेक लैंदा है, अंदरों नहीं चुकदा। अपराधी दूना निवै जो हंता मिर्गाए, सीस निवाया क्या थी है जारे दे कुसुदे जाए। अंदर ते हंकार नाल आकड़िया खड़ा हुंदा है कोई मेरे वर्गा सिख। हंकार नूं सट वजदी है। फरीदा गर्भ जिन्हां वडियाइयां, धन जोवन आगा, खाली चले धनी सिओ, टिब्बे ज्यों मियां। जिवें टिब्बे उपर पहाड़ उपर मीह पए पहाड़ खाली रह जाता है। रब ते दातां दी वरसात कर ही रहा है, गुरु ते ये दान झोली पा ही रहा है, पर साडा भांडा ही पुठा होवे, हंकार दी टीसी बनी होवे ते रब मालक दी रहमत टिकदी नहीं है। उंदे भांडे कछ ना समावे, सीधे अमृत पवै निहार। हाँ, हिरदे दा भांडा सीधा हो जाए, मालक दी रहमतां लबालब भरियां जाण। हो दयाल नाम देहो मंगत जन कहूं, हे मालक जीओ आप ही दया दे घर विच आओ, मंगते दी झोली च दान पा दिओ। सदा रहूं रंग राता, मैं सदा तेरे नाम दे रंग विच गड़ूंद हो जावां। हों बलिहारे जाऊं, साचे तेरे नाम बिटो, हुण रहाओ दा बंद टुकेगा। सचमुच गुरु साहब ने एवें तरतीब नहीं दिती शब्दां दी, जिथे रहाओ दा बंद पहला व्याख्या वास्ते चाहिए उत्थे पहला दे दिता, पर जिथे भूमिका बननी है उत्थे पहला शब्द दा बंद दिता रहाओ दा बाद विच, कि इस तरह व्याख्या करिए दी। असीं ते आम तौर ते आखदे ना पहला रहाओ दी व्याख्या, जे पहला रहाओ दी करनी हुंदी गुरु साहब रहाओ सब तो उपर दे दिंदे, जिथे लोड़ पई उत्थे उपर दे दिता, पर जिथे रहाओ दे बंद नूं समझण वास्ते भूमिका चाहिदी है उत्थे शब्द दा बंद उपर दे दिता। जदों ये नाम दी दात मिल जाती है फिर सदा रहूं रंग राता मैं तेरे नाम च गड़ूंद हो जाना। फिर है हों बलिहारे जाऊं, साचे तेरे नाम मिटो, हुण तेरे नाम तू कुर्बान जावां। एडा आनंद देने वाला तेरा नाम। जदों दा इस भिखारी नूं नाम मिल गया, हुण ये भिखारी बलिहारे चला गया, आनंदित हो गया। हों बलिहारे जाऊं, साचे तेरे नाम मिटो, तेरे नाम तो कुर्बान बलिहार, मैंने अपना बल हार देना, बलिहार हो जाना। करण कारण सबना का एको, सारी कायनात नूं बनाउण वाले मालका तू ही ते सारियां दा है, अवर ना दूजा कोई, होर ते दूजा कोई भी नहीं आसरा। यह है रहाओ, भाव एक ही मालक है सब नूं दातां देण वाला, उहदे नाम तो कुर्बान जावां मैं। बहुते फेर पे किरपन को, अब किछ कृपा कीजै, हो दयाल दर्शन दिओ अपना, ऐसी बख्श करीजै। हुण जदों दा तेरे नाम नाल जुड़िया ते सुन सुन नाम तुम्हारा प्रीतम, प्रभ देखण का चाव। हुण तेरे नाम नूं सुन सुन के तेरे दर्शनां दा चाह पैदा हो गया।
कि जेड़ा तेरा एडा कीमती नाम है, तेरे दर्शन किडे कीमती होणगे, तेरा दर्शन कैसा होएगा। हुण अगली गल दर्शन दी आ गई, हो दयाल दर्शन दे हो अपना। तेरे नाम नाल जुड़ के चाव पैदा हो गया। जिस मालक दा नाम एडा गुणा भरपूर खूबसूरत है, वो मालक आप कैसा होएगा। बड़ा भटकिया हाँ, इस माया वेड़े जीव के उपर हुण किरपा कर दिओ। बहुते फेर पे किरपन को, अब किछ किरपा कीजै, हो दयाल दर्शन दे हो अपना। तेरा नाम सुनिया सी, तेरे दर्शन करन दा मन च चाव पैदा हो गया, तू है किहो जिहा है। आगरे ते रहन वाले काही ने नाम सुनिया सी मेरी पीरी मालक दा, दर्शन नहीं सी कीते। सुनिया पंचम गुरुदेव दे ते दर्शन कीते ने, शांतमई मूरत। पर सुनिया जिहड़े नवे सतगुरु बैठे ने, शाही ठाठ बाट वाले ने, दो किरपाना ने मीरी पीरी दियां, रेशमी बस्तर, सोने चांदी दियां तारां दी कढ़ाई कीती हुई, सीस के उपर दस्तार, उहदे उपर हीरियां जड़त कलगी, कलगी के उपर चौर छत्र झूलते ने। कैसा शाही ठाठ बाट होएगा। नाम ते जपदा, हुण दर्शनां दी तांग पैदा हो गई कि जिहड़ा एडा खूबसूरत मन्निया जांदा है, किहो जिहा होएगा, मैं भी ते दर्शन करां। सतगुरु पातशाह उन्नी दिनी आगरे आए ग्वालियर तो राजा नूं रिहा करा के। इतिहास के मुताबिक जहांगीर भी आया। काही एडा गरीब है, रोज तरले लैंदा, मालका किवें दर्शन होण। जे सिक्खी दित्ती सी ते गरीबी ना दिंदा, चार पैसे दे दिंदा। इस करके नहीं मैं अमीर हुंदा, बल्कि इस करके मैं सफर खर्च करके अमृतसर पहुंचदा, तेरे चरनां च भेटा रख के तेरी असीस लैंदा। और इन्ना गरीब है, इक्को ही बस्तरां दा जोड़ा है, शाम नूं उही धो के सवेरे सुकने सुका के पा के चला जाता है, शाम तक वापस आके फिर मैले कपड़े धो के सुकने पा दिंदा है, सवेरे उही कपड़े पा के फिर चला जाता है। दो घाह दियां पंडां लिआंदा है, एक घर वास्ते, एक वेच के जो टका मिलता है उहदे नाल गुजारा करदा है। अज भी दो घाह दियां पंडां, एक पंड घर रखी झोंपड़ी च, एक वेच के टका जेब च पाया, वापस आया झोंपड़ी दे विच। किसी ने आके झोंपड़ी का दरवाजा खड़काया, वो सिखा तू रोज तरले करदा है, मीरी पीरी सतगुरु के दर्शन करने ने, मैं अमृतसर जाना है, मैं जाके दर्शन करके आने ने। अज मीरी पीरी मालक तेरे शहर में पातशाह आया है, तू जाके दर्शन नहीं करेगा। वो आखदा है सतगुरु मेरे शहर च आए ने, कहने लगे हाँ आगरे च फलाने थां ते सतगुरु का दरबार सजिया हुआ है, सवेर नूं काफला चले जाना है, दर्शन कर ले। हुण काही मन में सोचता है कि मैले कुचाले मेरे बस्तर ने, जे धो के सुकने पाना, सवेरे पा के जाना, सतगुरु का काफला चला ना जाए। इहदे नालों चंगा दर्शन हो जाण, भावें मैले कपड़ियां च ही सही, घट्टो घट्ट उहदा दीदार ते हो जाएगा ना। गुरु नानक साहिब जी ने भी बचन किया, कहने लगे मंगता बन के उहदे दरवाजे नूं खड़का ही दई, की हो जाएगा। दो ही काम होणगे ना। मंगता जो किसी के दरवाजे नूं खड़कांदा है, उहदे मन विच दो विचार हुंदे ने। एक विचार हुंदा है इत्थों भीख मिल जाएगी, दूजा विचार हुंदा है इत्थों भीख नहीं मिलेगी, झिड़कां मिलणगीਆਂ। ये दो ही गल्लां हो सकदियां नहीं, तीजी गल तो हो ही नहीं सकती। जां ते घर दा मालक धक्के मार के झिड़का मार के कढ़ देगा, जां कुछ दे देगा। दो ही विचार मंगते दे मन विच हुंदे ने। गुरु नानक पातशाह आखदे ने मैं दरवाजा खड़काई दिता, मालका भावें तू अंदर थां दे दी घरे ते भावें धक्के मार के बाहर कढ़ दई, घट्टो घट तेरे दर्शन ते हो जाणगे ना, तेरे दीदार काफी ने। जे दर मंगत कूक करे, महली खसम सुने, भावें धीरक भावें धक्के, एक वडाई दे। भावें धीरज नाल घरे थां देवे दे देवे, भावें धक्के मार के कढ़ देवे, एक वडियाई ते मिल जाएगी, उहदे दीदार हो जाणगे, उहदी छोह मिल जाएगी। फड़ के गले नाल लगाएगा तां भी छोह मिल जाएगी, फड़ के धक्का मारेगा तां भी छोह मिल जाएगी। उहदे चेहरे दे नूरानी चेहरे दे दीदार हो जाणगे। सोचदा मना बस्तर मैले ही सही, जे सतगुरु दे सेवादार धक्के मार के भी कढ़ देण, गुरु दे दर्शन ते हो जाणगे ना उस पातशाह दे। घाह दी पंड चुकी तुर पिया, नेड़े ही जहांगीर दा भी तंबू लग्या सी।
तंबू के दरवाजे ते पहुंच के अंदर जान लग्या कि घाह की पंड भेटा करांगा पातशाह नूं। ते पहरेदार आखदा वो मंगतिया किधर मुँह चुकिया ही, कहने लगा पातशाह के दर्शन करन आया। पहरेदार आखदा मेरा पातशाह तेरे वर्गे भिखारियां नूं नहीं मिलता। कहने लगा मैं ते बड़े सालों की मन में तांग लाई बैठा, मैं पातशाह के दीदार करांगा ते बिना दीदार कित्या मैं नहीं जाना, भावें धक्के मारो ते भावें जो मर्जी करो, मैं उहदे दीदार किते बिना नहीं मुड़ना। जबरदस्ती अंदर दाखिल होना चाहता है, पहरेदार झिड़का मारदा है, धक्के मारदा है। अंदर जहांगीर ने आवाज सुनी, उन्हें बुला लिया, कौन है बाहर लैके आओ। खाही सामने गया, उन्हें घाह की पंड रखी, जहांगीर नूं देखिया, हुण उन्हें भी सिर ते कलगी लाई सी, वह भी सिंघासन ते बैठा सी, उहदा भी शाही ठाठ बाट। काही ने सोचा यही पातशाह है, मत्था टेक के आखदा है दीन दुनिया दे पातशाह किरपा करो मैनूं सिक्खी दी दात दे दिओ। हुण भुल गया दे दिओ, क्योंकि माया ते तां मंगनी सी, तेरे दर्शन हो ही गए ने, हुण माया दी की लोड़। सिक्खी दी दात दे दिओ, अंदर दी शांति दे दिओ। जहांगीर समझ गया भी गुरु का सिख है ते भुलेखे नाल आ गया, इन्हें मत्था टेकिया गुरु के सिख ने, माड़ी मोटी गल थोड़ी है। जहांगीर बड़ा मन में खुश होया, कहने लगा मंग की मंगदा है, धन दौलत दियां सोने चांदी दियां किन्नियां मोहरां चाहिदियां ने, दस किन्ने पिंडां दी जगीर तेरे नाल ला दियां। कहने लगा नहीं पातशाह, पिंडां दी जगीर नहीं चाहिदी, बस अंदर दी शांति चाहिदी है। आखिर जहांगीर नूं कहना पै गया, वो सिखा तू लगदा भुलेखे नाल इत्थे आ गया है, और शांति किदों तो मंग रही है? दिल्ली का तख्त ते खुद अंदरों खोखला हो चुकी है, उन्हें किसी नूं की शांति देनी है? शांति ते गुरु नानक दे घर वास कर दी है। मैं तो दिल्ली का बादशाह हाँ जहांगीर, लगता तू गुरु हरगोबिंद साहब पातशाह के भुलेखे इत्थे आ गए हैं। मंग की मंगदा? मैं ते धन दौलत सोने चांदी नाल तैनूं लद सकदा, नाम की दात, सिक्खी की दात, शांति की दात, ये चीज़ां मैं नहीं दे सकता, मैं अंदरों आप खुद खोखलावां। उससे कहने लगा बादशाह खिमा करी, भुलेखे नाल मत्था टेक बैठा, तेनों मैनू कोई धन दौलत नहीं चाहिए, मैं तो बस नाम की दात मंगण आया अपने सतगुरां कोल। इन्नी गल कही, जुरत नाल घाह दी पंड चुकी, तुरन लग्या, बादशाह ने बांह फड़ ली। कहने लगा सिखा तेनों पता नहीं भेटा रख के चुकी नहीं जाती, जिहड़ी घाह दी पंड भेटा रख दी हुण चुक नहीं सकता तू, मेरे कर्मचारी की सोचणगे, मेरी नक कट्टी जाएगी कि कोई भेटा रख के चुक के भी लै गया, मेरी की इज्जत रह जाएगी। सिख आखदे बादशाह की करा, गरीब हाँ, मेरे को तो होर भेटा भी कोई नहीं, अपने गुरु नूं की भेंट करांगा, आ घाह दी पंड ते है मेरे को। बादशाह आखदा तू मेरे को सोने चांदी दी मोहरां लै जा, वो भेंट कर दी, घाह दी पंड नहीं चुक सकता। वो सिख बड़ा सियाणा सी, कहने लगा जहांगीर बादशाह असी अज गरीब हाँ, पर पहला गरीब नहीं सी हुंदे, पिता पुरखी बड़े अमीर सां असीं, साडे घर माया दे ढेर लगे हुंदे सन दादे परदादियां वेले, और लोधी राज दे साडे कोल अनेकां सिक्के पए ने, हज़ारां सिक्के पए ने। जिद्दन दा मुगल राज आया, लोधियां दे सिक्के मिट्टी हो गए, मुगल राज दे सिक्के चल पे, असीं कंगाल हो गए। कि तेरे राज विच लोधियां दे सिक्के चल सकदे ने? बादशाह कहने लगा बिल्कुल नहीं, लोधी राज नाशवान खत्म हो चुके है, हुण मुगल राज है, मुगल राज च मुगलों के सिक्के चलणगे, लोधियां दे नहीं। नाले एक गल ध्यान नाल सुण, मुगल राज विच मेरे पिता के नाम के भी सिक्के ले आएगा ना, वो भी नहीं चलणगे, वो भी फानी है, मर चुके है, मैं जिंदा वां, मेरे नाम के सिक्के चलणगे। सिख कहने लगा बादशाह तू सियाणा, तेनों हुण समझाया जा सकता है, एक नाशवान राजे दे सिक्के दूजे नाशवान राजे दे राज विच नहीं चल सकते, फिर एक नाशवान राजे दीयां मोहरां मेरे सच्चे पातशाह दे राज विच किवें चलणगीआं? उत्थे ते प्रेम दी भेटा प्रवान चढ़दी है, जो काम मेरी इस घाह दी पंड ने उत्थे कर जाना है ना, तेरे सोने चांदी दीयां मोहरां ने नहीं वो करना। कंचन स्यों पाइया नहीं तोल, मन दे राम लिया है मोल। उत्थे ते आपा भेंट करना पैंदा है, बेटी प्रीत मजूरी मांगे, जो को छान छुवावे हो, लोग टंब सबू से तुरे, तो अपन बेटी आवे है। उत्थे ते आपा भेंट करना पैंदा है, पूरी कायनात नूं छड़ के। उत्थे ते मन विच है,
सतगुरु कै पास ते सेवक कै कारज रास। जो कम प्रेम दी भेटा घाह दी पंड ने कर जाना है, वो तेरे सोने चांदी दी मोहरां ने नहीं करना। घाह दी पंड चुक के तुर पिया, सतगुरु दे चरनां च रखी, मत्था टेकन लग्या। सतगुरु उठ खड़े होए, गलवकड़ी च लैन लगे। वो काही सिख आखदे, सतगुरा बस्तर मैले ने, तेरे रेशमी बस्तर खराब हो जाणगे। सतगुरु कहन लगे, सिखा मैं ते गले नाल लान लग्या, मेरे पिता गुरु अर्जन साहिब कह के गए ने, इहो जिहा सिख मिल जाए उहदे चरनां दी धूड़ी मत्थे ते ला लेनी चाहिदी है। बस्ता टूटी झुंपड़ी चीर सब छिन्ना, जात ना पत ना आदरो, उद्यान पर मिन्ना, मित्र ना इठ धन रूपहीन, किछ साक ना सिन्ना। राजा सगली सृष्टि का हर नाम मन पिन्ना, तिसकी धूड़ मन उदरै, प्रभु होए सो प्रसन्ना। कुट के गलबकड़ी ना लाया, कहने लगे, सिखा निहाल मंग की मंगदई, धन दौलत सोना चांदी राज पाग। कहने लगा, नहीं सिक्खी दी दात दे दियो, होर कुछ नहीं चाहिए। सचमुच ਜਦੋਂ कोई हंकार छड़ के मंगदा है ना, फिर कीमती चीज ही मंगदा है, फिर नाशवान चीज़ां नहीं मंगदा। बहुते फेर पए किरपन को, अब किछ किरपा कीजै, हो दयाल दर्शन दे हो अपना, ऐसी बख्श करी जै। मालका तेरे दर्शन होण, होर की चाहिदा है। यही सिख अरदास करे, मालका दर्शन दे दिओ, ਇਹੋ जी मेरे ते बख्शिश कर दिओ। ਜਦੋਂ गुरु किरपा करदा है, भणत नानक भरम पट खूले, गुर प्रसादी जानिया। हे नानक कह, गुरु नानक पातशाह आखदे ने, भणत नानक भरम पट खूले, भरम दे पट मैंने किवाड़ खुल गए, भुलेखियां दे दरवाजे खत्म हो गए, भरम दे शंकियां दे पर्दे नाश हो गए, पट मैंने पर्दे खुल गए, गुर प्रसादी जानिया। गुरु की किरपा राही मैं उस प्रभु नूं हर हिरदे च बैठा जान लिया है। पहला भरम सी, ये मित्र ये दुश्मन, ये ऊंच ये नीच। जो भरम का पट मैंने पर्दा खुल गया, अंदर बैठा ब्रह्म नजर आ गया। साची लिव लागी है पीतर, सतगुर स्यों मन मानिया। हिरदे दे विच उस प्रीतम नाल सच्ची बिरती जुड़ गई, सच्चे गुरु दे नाल मन विच गया, मन गया। सतगुरु पातशाह किरपा करन, असीं भी गुरचरनां नाल जुड़ मनुखा जीवन नूं सफल कर सकीए। इक्को दाता है मालिक, उस दाते दे कोलों जे दान मंगना होवे ते कीमती दान मंग लिया जाए। वो दान है नाम, ते जदों नाम दी दात झोली पैंदी है, जीवन सफल हो जाता है। ये लोक सुखीए परलोक सुहेले, नानक हर प्रभ आपे मेले। होइयां भुल्लां खिमा करनियां, मिल के फतेह बुलाओ जी। वाहिगुरू जी का खालसा, वाहिगुरू जी की फतेह।